अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, मुरीद के इलाका में एक शख्स ने 8 माह कबल लव मैरिज की और उसके बाद अपनी बीवी को कत्ल कर दिया। कत्ल को खुदकुशी का रंग देता रहा। 8 माह बाद मेडिकल रिपोर्ट में कत्ल साबित हुआ और पुलिस ने उसे गिरफ्तार कर लिया है। अब असल हकाइक है क्या, ये बताएंगे आज के प्रोग्राम तफ्तीशी में। नाज़रीन, इस वक्त हम थाना सदर मुरीद के में मौजूद हैं, जहां पर पुलिस ने एक ऐसे मुलजिम को गिरफ्तार किया है जिसने अपनी ही बीवी को कत्ल कर दिया। वो कत्ल किया, उसकी मौत किस तरह से वाक़या हुई, ये इसी की ज़ुबानी जानते हैं। आखिर वजूहात क्या थी जिसकी वजह से वो ज़िंदगी की बाजी हार गई। हाँ भाई, की ना है मोहम्मद फैसल। की करना है? मैं पैरा मेडिकल का स्टूडेंट है। स्टूडेंट है जी। हाँ, ये पढ़ाई कर रहे हैं हाँ जी। ते जॉब शॉप नहीं करता कोई? नहीं, जॉब शॉप नहीं करता। क्यों? दुकान है घर ते, वो ही करता हूँ। किस चीज़ की दुकान है? परचून। शादीशुदा हैं तो? जी, शादी। पहले भी शादी की थी? जी, पहले भी शादी। कितने बच्चे? नहीं, बच्चा कोई नहीं। पहले बीवी तो? जी, ਉਹਦੇ ਚ ਵੀ ਕੋਈ ਬੱਚਾ ਨਹੀਂ। वो कदों की थी पहली शादी? ਉਹ 1 ਸਾਲ ਪਹਿਲੇ ਹੋਈ ਸੀ। ऐस कत्ल तो? जी, इस शादी तो पहले ऐस शादी तो 1 साल पहले? तकरीबन 8 माह पहले। अच्छा। वो कौन सी? ਉਹ ਆਊਟ ਆਫ ਫੈਮਿਲੀ ਸਨ ਹੋ ਗਈ। अच्छा। हाँ जी। वो लव मैरिज की थी सी उधर? नहीं, वो लव मैरिज नहीं सी। ਜਿਹੜੀ ਸੈਕਿੰਡ शादी की थी वो लव मैरिज ਸੀ। क्यों, मतलब ये बच्चे भी नहीं हुए, 1 साल बाद ही दूसरी शादी का की ख्याल आ गया? मोहब्बत कहते हुई? ਸਰ ਮੈਂ ਟ੍ਰੇਨਿੰਗ ਕਰ ਰਿਹਾ ਸਾਂ ਇੱਥੇ THQ ਹਸਪੀਟਲ ਮੁਰੀਦ ਕੇ। ਠੀਕ ਹੈ, ਤੇ ਇੱਥੇ ਪੇਸ਼ੈਂਟ ਸੀ ਉਹ ਮੇਰੀ ਬੀਵੀ ਨਾ, ਉਹਦਾ ਆਪਰੇਟ ਹੋਇਆ ਸੀ। ਉਦੋਂ ਤੇਰੀ ਬੀਵੀ ਨਹੀਂ ਸੀ ਉਹ? ਜੀ, ਉਦੋਂ ਬੀਵੀ ਨਹੀਂ ਸੀ। ਉਹਦਾ ਜ਼ਖਮ ਜਿਹੜਾ ਹੈ ਨਾ, ਉਹ ਕੱਪੜੇ ਖ਼ਰਾਬ ਹੋ ਰਹੇ ਸੀ। ਸੰਡੇ ਦਾ ਦਿਨ ਸੀ ਤੇ ਮੈਨੂੰ ਆ ਕੇ ਉਹਨੇ ਕਿਹਾ ਮੇਰੀ ਨਾ ਪੱਟੀ ਕਰ ਦਿਓ। ਮੈਂ ਉਹਨਾਂ ਦੀ ਪੱਟੀ ਕਰ ਦਿੱਤੀ ਹੈ। ਉਸ ਤੋਂ ਬਾਅਦ ਮੈਂ ਵਾਰਡ 'ਚ ਮੇਰੀ ਡੇਲੀ ਡਿਊਟੀ ਹੁੰਦੀ ਸੀ ਕਿ ਜਾ ਕੇ ਪੱਟੀਆਂ ਕਰਦਾ ਸੀ, ਲੇਕਿਨ ਉਹਨਾਂ ਦੀ ਪੱਟੀ ਨਹੀਂ ਸੀ, ਉਹ ਉੱਤੋਂ ਕਰਵਾਉਂਦੇ ਸਨ ਆਪਰੇਸ਼ਨ ਥੀਏਟਰ 'ਚੋਂ, ਅਤੇ ਦੂਜੇ ਮਰੀਜ਼ਾਂ ਦੀਆਂ ਕਰਕੇ ਆ ਜਾਂਦਾ ਸਾ। ਫਿਰ ਆਹਿਸਤਾ ਆਹਿਸਤਾ ਥੋੜ੍ਹੇ ਦਿਨਾਂ ਬਾਅਦ ਉਹਨੇ ਡਿਸਚਾਰਜ ਹੋਈ। ਡਿਸਚਾਰਜ ਹੋਣ ਤੋਂ ਬਾਅਦ ਉਹਨੇ ਨੰਬਰ ਮੇਰੇ ਦੋਸਤ ਕੋਲ ਆਇਆ ਮੇਰਾ, ਅਤੇ ਨੰਬਰ ਲੈ ਕੇ ਅਤੇ ਮੈਨੂੰ ਕਾਲ ਕੀਤੀ ਹੈ। ਮੈਂ ਨਾਮ ਤੋਂ ਵੀ ਵਾਕਫ ਨਹੀਂ ਸੀਗਾ, ਮੈਨੂੰ ਨਹੀਂ ਸੀ ਪਤਾ, ਕਿਉਂਕਿ ਉੱਥੇ ਕਾਫੀ ਮਰੀਜ਼ ਆਉਂਦੇ ਨੇ। ਅਤੇ ਉਹਨੇ ਮੈਨੂੰ ਕਾਲ ਕੀਤੀ ਹੈ, ਜੀ ਮੈਂ ਫਲਾਂ ਬੋਲਣ ਦੀ। ਮੈਂ ਕਿਹਾ ਮੈਂ ਨਹੀਂ ਜਾਣਦਾ। ਅਤੇ ਉਹਨੇ ਫਿਰ ਮੈਨੂੰ ਦੱਸਿਆ ਜੀ। ਕੀ ਨਾਂ ਸੀ? ਬੁਸ਼ਰਾ। ਅੱਛਾ। ਫਿਰ ਉਹਨੇ ਮੈਨੂੰ ਦੱਸਿਆ ਕਿ ਜੀ ਤੁਸੀਂ ਪੱਟੀ ਕੀਤੀ ਸੀ ਮੇਰੀ ਇਸ ਤਰ੍ਹਾਂ, ਮੈਂ ਫਲਾਂ। ਮੈਂ ਕਿਹਾ ਜੀ ਠੀਕ, ਕੀ ਕੰਮ ਹੈ? ਉਹਨਾਂ ਕਿਹਾ ਜੀ ਕੰਮ ਕੋਈ ਨਹੀਂ ਹੈ, ਵੈਸੇ ਮੈਂ ਫਰੈਂਡਸ਼ਿਪ ਕਰਨਾ ਚਾਹੁੰਦੀ ਹਾਂ। ਮੈਂ ਕਿਹਾ ਜੀ ਠੀਕ ਹੈ। ਕਿੰਨੇ ਸਾਲ ਪਹਿਲੇ ਦੀ ਗੱਲ? ਇਹ ਤਕਰੀਬਨ 1 ਸਾਲ ਪਹਿਲੇ ਦੀ ਗੱਲ ਹੈ, 2021 ਦੀ ਗੱਲ ਹੈ। ਬਲਕਿ 2 ਸਾਲ ਪਹਿਲੇ ਜੀ। 2 ਸਾਲ। ਉਸ ਤੋਂ ਬਾਅਦ ਫਿਰ ਗੱਲ ਸ਼ੱਲ ਹੁੰਦੀ ਰਹੀ ਤਕਰੀਬਨ ਮਜ਼ੀਦ 2-3 ਮਾਹ 4 ਮਾਹ ਸਾਲ ਗੁਜ਼ਰ ਗਿਆ ਤਕਰੀਬਨ ਇਸ ਗੱਲ ਨੂੰ। ਫਿਰ ਉਹਨੂੰ ਪਤਾ ਸੀ ਉਹਦੇ ਸਾਹਮਣੇ ਮੇਰੀ ਸ਼ਾਦੀ ਹੋਈ ਹੈ ਪਹਿਲੇ ਘਰ ਵਾਲਿਆਂ ਨੇ, ਜਿਹੜੀ ਸ਼ਾਦੀ ਘਰ ਦੀ ਮਰਜ਼ੀ ਨਾਲ ਹੋਈ ਸੀ। ਅਤੇ ਉਸ ਤੋਂ ਬਾਅਦ ਫਿਰ ਉਹਨੇ ਮੇਰੇ ਨਾਲ ਇਸ ਚੀਜ਼ ਦਾ ਮਤਨਾਜ਼ਾ ਬਣਾ ਲਿਆ ਕਿ ਤੂੰ ਮੇਰੇ ਨਾਲ ਸ਼ਾਦੀ ਕਰ। ਮੈਂ ਕਿਹਾ ਮੈਂ ਨਹੀਂ ਕਰ ਸਕਦਾ, ਲੇਕਿਨ ਉਹਨੇ ਆਪਣੇ ਘਰ ਤੇਜ਼ਾਬ ਪੀ ਲਿਆ। ਉਹਦੀ ਫੁੱਫੋ ਨੇ ਕਾਲ ਕੀਤੀ ਮੈਨੂੰ ਕਿ ਅਗਰ ਸਾਡੀ ਕੁੜੀ ਮਰ ਗਈ ਤਾਂ ਅਸੀਂ ਪਰਚਾ ਕਰਵਾ ਦਿਆਂਗੇ, ਅਗਰ ਜੇ ਤੂੰ ਸ਼ਾਦੀ ਕਰ ਆ ਕੇ। ਇਸ ਤਰ੍ਹਾਂ ਨਹੀਂ ਅਫੇਅਰ ਤੂੰ ਰੱਖਿਆ ਉਹਦੇ ਨਾਲ? ਜੀ, ਅਫੇਅਰ ਹੈ ਸੀ ਮੇਰਾ। ਅੱਛਾ, ਉਹ ਰੱਖਿਆ। ਉਹ ਕਹਿੰਦੀ ਸੀ ਮੇਰੇ ਨਾਲ ਸ਼ਾਦੀ ਕਰ। ਮੈਂ ਆਪਣੀ ਸ਼ਾਦੀ ਤੋਂ ਬਾਅਦ ਉਹਨੂੰ ਵਾਜ਼ਿਆ ਕਿਹਾ ਸੀ, ਮੈਂ ਬਲੌਕ ਵੀ ਕਰ ਦਿੱਤਾ ਸੀ, ਲੇਕਿਨ ਉਹਨੇ ਆਪਣਾ। ਅੱਛਾ, ਤੇਰੀ ਸ਼ਾਦੀ ਤੋਂ ਪਹਿਲੇ ਦੀ ਲਵ ਸਟੋਰੀ ਹੈ ਤੇਰੀ? ਸ਼ਾਦੀ ਤੋਂ ਪਹਿਲੇ। ਉਹਦੀ ਲਵ ਸਟੋਰੀ ਤੋਂ ਬਾਅਦ ਸ਼ਾਦੀ ਕੀਤੀ, ਅਰੇਂਜ ਮੈਰਿਜ? ਹਾਂਜੀ। ਅੱਛਾ, ਸਹੀ ਹੈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਤੇਰੀ ਸ਼ਾਦੀ ਜਦੋਂ ਪਹਿਲੀ ਹੋਈ ਹੈ ਉਹਨੇ ਤੇਜ਼ਾਬ ਪੀ ਲਿਆ? ਜੀ, ਉਹਨੇ ਤੇਜ਼ਾਬ ਪੀ ਲਿਆ। ਉਸ ਤੋਂ ਬਾਅਦ ਅਤੇ ਉਹਦੇ ਘਰ ਵਾਲਿਆਂ ਫਿਰ ਮੈਨੂੰ ਫੋਰਸ ਕੀਤਾ। ਉਹਨੇ ਕਿਹਾ ਜੀ ਤੂੰ ਸ਼ਾਦੀ ਕਰ ਇਹਦੇ ਨਾਲ ਵੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੈਂ ਪਹਿਲੇ ਵੀ ਸ਼ਾਦੀशुदा ਹਾਂ, ਲੇਕਿਨ ਉਹਨਾਂ ਨੇ ਕਿਹਾ ਨਹੀਂ, ਸਾਨੂੰ ਨਹੀਂ ਇਸ ਚੀਜ਼ ਦਾ ਨਹੀਂ ਪਤਾ, ਲੇਕਿਨ ਬੱਚੀ ਮਰ ਗਈ ਅਤੇ ਅਸੀਂ ਪਰਚਾ ਕਰਵਾ ਦੇਣਾ। ਅਤੇ ਮੈਂ ਵੀ ਥ੍ਰੈਟ ਹੋ ਗਿਆ ਸਰ, ਤਾਂ ਜ਼ਾਹਿਰੀ ਗੱਲ ਹੈ ਬੰਦਾ। ਇਹ ਤੇਰੀ ਸ਼ਾਦੀ 'ਤੇ ਤੇਜ਼ਾਬ ਪੀਤਾ? ਸ਼ਾਦੀ ਤੋਂ ਬਾਅਦ ਕਿੰਨੀ ਦੇਰ ਬਾਅਦ? ਤਕਰੀਬਨ 4 ਮਾਹ ਬਾਅਦ। ਅੱਛਾ, ਉਹਨੂੰ ਉਦੋਂ ਪਤਾ ਲੱਗਾ ਤੇਰੀ ਸ਼ਾਦੀ ਹੋਈ? ਉਹਨੂੰ ਸ਼ਾਦੀ 'ਤੇ ਹੀ ਪਤਾ ਚੱਲ ਗਿਆ ਸੀ। ਮੈਂ ਆਪਣੀ ਸ਼ਾਦੀ 'ਤੇ ਉਹਨੂੰ ਬਲੌਕ ਕਰ ਦਿੱਤਾ, ਮੈਂ ਉਹਨੂੰ ਮਨਾ ਕਰ ਦਿੱਤਾ। ਮੈਂ ਕਿਹਾ ਮੇਰੀ ਸ਼ਾਦੀ ਹੋ ਗਈ ਹੈ, ਲਿਹਾਜ਼ਾ ਤੂੰ ਆਪਣੀ ਜ਼ਿੰਦਗੀ ਅੱਛੇ ਤਰੀਕੇ ਨਾਲ ਗੁਜ਼ਾਰ, ਇਸ ਤਰ੍ਹਾਂ ਨਾ ਕਰ। ਲੇਕਿਨ ਉਹਨੇ ਕਿਹਾ ਨਹੀਂ, ਮੈਂ ਮੈਨੂੰ ਅਨਬਲੌਕ ਕਰ, ਕਦੀ ਕਿਸੇ ਨੰਬਰ ਤੋਂ, ਕਦੀ ਕਿਸੇ ਨੰਬਰ ਤੋਂ, ਆਹਿਸਤਾ। ਫਿਰ ਉਹ ਇੱਥੋਂ ਦੀ ਘਰ ਨੌਬਤ ਆ ਗਈ। ਉਹਨੇ ਤੇਜ਼ਾਬ ਪੀਤਾ। ਜਦੋਂ ਉਹਦੀ ਫੁੱਫੋ ਨੇ ਮੈਨੂੰ ਕਾਲ ਕੀਤੀ ਹੈ ਕਿ ਜੀ ਮੈਨੂੰ ਆ ਕੇ ਅਤੇ ਸ਼ਾਦੀ ਨਿਕਾਹ ਕਰੋ। ਫਿਰ ਅਸੀਂ ਸਰ, ਮੈਂ ਆਪਣੇ ਘਰਦਿਆਂ ਦਾ ਤਰਲਾ ਮਿਹਨਤ ਜੋ ਵੀ ਕੀਤਾ, ਮੈਂ ਉਹਨਾਂ ਨੂੰ ਮਨਾਇਆ
ਮੈਂ ਕਿਹਾ ਇਸ ਤਰ੍ਹਾਂ ਮਾਮਲਾ, ਮੈਂ ਸ਼ਾਦੀ ਕਰਨਾ ਚਾਹੁੰਦਾ। ਉਹਨਾਂ ਕਿਹਾ ਠੀਕ ਹੈ ਜੀ। ਸ਼ਾਦੀ ਹੋਈ ਸਰ, ਉਹਨਾਂ ਨੇ ਮੇਰੇ ਕੋਲ ਉੱਥੇ ਰਜਿਸਟਰਾਰ ਆਇਆ ਹੈ, ਮੌਲਵੀ ਨੇ ਨਿਕਾਹ ਪੜ੍ਹਾ ਦਿੱਤਾ ਤੇ ਰਜਿਸਟਰਾਰ ਆਇਆ, ਉਹਨੇ ਸਿਰਫ ਸਾਈਨ ਕਰਵਾਏ ਨੇ ਔਰ ਮੈਨੂੰ ਨਿਕਾਹਨਾਮਾ ਵੀ ਨਹੀਂ ਦਿੱਤਾ ਹੈ। ਉਹਨੇ ਕਿਹਾ ਤੁਹਾਡੇ ਕੋਲ ਰਜਿਸਟਰਡ ਹੋ ਕੇ ਪਹੁੰਚ ਜਾਏਗਾ। ਠੀਕ ਹੈ। ਮੇਰੇ ਕੋਲ ਉਹਨਾਂ ਕੁਛ ਪੁੱਛਿਆ ਨਹੀਂ, ਕੁਛ ਨਹੀਂ, ਮਤਲਬ ਇਹਨਾਂ ਦੀ ਫੈਮਿਲੀ ਨੂੰ ਸਾਰਾ ਪਤਾ ਸੀ ਇਹ ਸ਼ਾਦੀशुदा ਹੈ, ਸਾਰਾ ਕੁਛ ਹੀ। ਪਹਿਲੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਹੈ। ਕੁੜੀ ਕੁਵਾਰੀ ਸੀ? ਜੀ ਕੁੜੀ ਕੁਵਾਰੀ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਤਨਾਜ਼ਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਨਹੀਂ 2 ਸ਼ਾਦੀਆਂ ਨੇ ਤੇ ਇਸ ਤਰ੍ਹਾਂ। ਮੈਂ ਕਿਹਾ ਮੈਂ ਮਜਬੂਰ ਹਾਂ ਫਿਲਹਾਲ। ਮੈਂ ਇਹਦੇ ਬਾਅਦ ਤਨਾਜ਼ਾ ਬਣਾਇਆ ਤੇਰੀ ਸ਼ਾਦੀ ਕਰਨ ਤੋਂ ਬਾਅਦ? ਹਾਂਜੀ, ਸ਼ਾਦੀ ਕਰਨ ਤੋਂ ਬਾਅਦ ਕਿ ਹੁਣ ਤੂੰ ਪਹਿਲੀ ਬੀਵੀ ਨੂੰ ਤਲਾਕ ਦੇ ਦੇ। ਤੇ ਸਰ ਮੈਂ ਇੱਕ ਬੰਨੇ ਫੈਮਿਲੀ ਵੀ ਸੀ, ਮੈਂ ਇੱਕ ਬੰਨੇ ਬੀਵੀ ਸੀ, ਲਵ ਮੈਰਿਜ ਸੀ। ਮੈਂ ਬੜਾ ਮਜਬੂਰ ਸਾਂ, ਮੈਂ ਕੀ ਕਰਦਾ। ਮੈਂ ਫਿਰ ਤਲਾਕ ਕਿੱਥੇ ਰੱਖੀਆਂ ਸੀ? ਪਹਿਲੀ ਬੀਵੀ ਕਿੱਥੇ ਸੀ, ਦੂਸਰੀ ਕਿੱਥੇ ਸੀ? ਦੋਨੋਂ ਅਲੱਗ-ਅਲੱਗ ਘਰ 'ਚ ਰੱਖੀਆਂ ਸੀ ਸਰ। ਤੇਰੇ ਇੰਨੇ ਵਸਾਈਲ ਹੈਗੇ ਆ, ਸਟੂਡੈਂਟ ਵੀ ਹੈਗੇ ਆ ਤੇ ਅਲੱਗ-ਅਲੱਗ ਘਰਾਂ 'ਚ ਵੀ ਰੱਖ ਲਈਆਂ ਕਿੰਜ? ਸਰ ਜਿਹੜੀ ਪਹਿਲੀ ਸ਼ਾਦੀ ਸੀ ਉਹ ਮੇਰੇ ਘਰ ਵਾਲਿਆਂ ਦੀ ਮਰਜ਼ੀ ਦੀ ਸੀ ਔਰ ਉਹ ਮੇਰੇ ਵੱਡੇ ਭਾਈ ਦਾ ਘਰ ਸੀ ਜਿੱਥੇ ਉਹ ਰਹਿ ਰਹੀ ਸੀ। ਠੀਕ ਹੈ। ਔਰ ਦੂਸਰੀ ਸ਼ਾਦੀ ਜਿਹੜੀ ਸੀ ਉਹ ਮੇਰੀ ਆਪਣੀ ਮਰਜ਼ੀ ਦੀ ਸੀ, ਉਹ ਮੇਰੇ ਨਾਲ ਰਹਿ ਰਹੀ ਸੀ। ਤੇ ਤੂੰ ਕਿਤੇ ਆਪਣਾ ਘਰ ਸੀ ਉਹ ਵੀ ਤੇਰਾ? ਜੀ, ਵਾਲਦੈਨ ਨੇ ਬਣਾ ਕੇ ਦਿੱਤਾ। ਜ਼ਮੀਂਦਾਰ? ਜੀ। ਕਿੱਥੇ ਜ਼ਮੀਨਾਂ? ਇੱਥੇ ਹੀ ਨੇ ਸਰ, ਨੰਗਲ ਦੇ ਵਿੱਚ ਹੀ। ਅੱਛਾ। ਇਹਨੂੰ ਆਪਣੇ ਕੋਲ ਰੱਖ ਲਿਆ? ਜੀ, ਇਹਨੂੰ ਆਪਣੇ ਕੋਲ ਰੱਖ ਲਿਆ। ਤੇ ਦੂਸਰੀ ਪਹਿਲੀ ਵਾਲੀ ਬੀਵੀ ਨੂੰ? ਉਹ ਮੇਰੇ ਵੱਡੇ ਭਾਈ ਦੇ ਘਰ ਰਹਿੰਦੀ ਸੀ। ਠੀਕ ਹੈ। ਫਿਰ ਫੈਮਿਲੀ ਦੇ ਨਾਲ ਰਹਿੰਦੀ ਸੀ। ਫਿਰ ਸਰ ਆਹਿਸਤਾ ਆਹਿਸਤਾ ਤਨਾਜ਼ਾਤ ਸ਼ੁਰੂ ਹੋ ਗਏ ਕਿ ਜੀ ਜਨਾਬ ਉਹਨੂੰ ਛੱਡੋ। ਮੈਂ ਕਿਹਾ ਜੀ ਮੈਂ ਫਿਲਹਾਲ ਨਹੀਂ ਛੱਡ ਸਕਦਾ, ਮੈਂ ਮਜਬੂਰ ਹਾਂ ਤੇ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ। ਔਰ ਮੇਰੀ ਬੀਵੀ ਦੀ ਠੀਕ ਅੰਡਰਸਟੈਂਡਿੰਗ ਸੀ ਮੇਰੇ ਨਾਲ। ਮੈਂ ਸਮਝਾਇਆ ਉਹਨੂੰ, ਲੇਕਿਨ ਵਕਤੀ ਤੌਰ ਤੇ ਉਹ ਸਮਝ ਗਈ ਹੈ। ਕਿਹੜੀ ਵਾਲੀ ਬੀਵੀ? ਸੈਕਿੰਡ ਵਾਲੀ ਜਿਹੜੀ ਲਵ ਮੈਰਿਜ ਹੋਈ ਸੀ ਬੁਸ਼ਰਾ ਦੇ ਨਾਲ? ਬੁਸ਼ਰਾ ਦੇ ਨਾਲ। ਤੇ ਥੋੜ੍ਹੇ ਦਿਨ ਪਹਿਲੇ ਫਿਰ ਉਹ ਆਪਣੇ ਘਰ ਗਈ ਹੈ, ਉੱਥੋਂ ਹੋ ਕੇ ਆਈ ਹੈ ਤੇ ਉੱਥੇ ਜਾ ਕੇ ਮੈਨੂੰ ਕਾਲ ਕੀਤੀ ਹੈ। ਜਿਸ ਦਿਨ ਵਾਪਸ ਆਈ ਹੈ ਮੈਨੂੰ ਕਾਲ ਕੀਤੀ ਹੈ। ਪਹਿਲੇ ਉਹਦੇ ਬਹਿਨੋਈ ਨੇ ਕਾਲ ਕੀਤੀ ਹੈ, ਉਹਨੇ ਮੈਨੂੰ ਕਾਲ ਕਰਕੇ ਕਿਹਾ ਆ ਕੇ ਤੇ ਤੂੰ ਆਪਣੀ ਬੀਵੀ ਨੂੰ ਲੈ ਜਾ, ਜਾਂ ਤੇਰੀ ਬੀਵੀ ਮੇਰੇ ਕੋਲੋਂ ਮਰ ਜਾਣੀ ਹੈ ਤੇ ਜਾਂ ਮੇਰੀ ਬੀਵੀ ਮਰ ਜਾਣੀ ਹੈ। ਇੱਥੇ ਸਾਡੇ ਘਰ ਲੜਾਈ ਹੋਣ ਦੀ ਬਹੁਤ ਜ਼ਿਆਦਾ। ਮੈਂ ਕਿਹਾ ਤੇਰੇ ਸਾਂਢੂ ਨੇ ਕਿਹਾ? ਜੀ, ਮੇਰੇ ਸਾਂਢੂ ਨੇ ਕਿਹਾ। ਉਹ ਕੁੜੀ ਦੇ ਬਹਿਨੋਈ ਨੇ? ਜੀ, ਕੁੜੀ ਦੇ ਬਹਿਨੋਈ ਨੇ। ਅੱਛਾ। ਲੜਾਈ ਕਿਸ ਚੀਜ਼ ਦੀ ਹੋ ਰਹੀ? ਸਰ ਇਹ ਉਹਨਾਂ ਦਾ ਘਰੇਲੂ ਮਾਮਲਾ, ਮੈਨੂੰ ਨਹੀਂ ਇਲਮ ਹੈ, ਮੈਂ ਕੀ ਕਹਿ ਸਕਦਾ ਵਾਂ, ਮੈਨੂੰ ਨਹੀਂ ਇਲਮ। ਲਿਹਾਜ਼ਾ ਮੈਂ ਇਹ ਗੱਲ ਕੀਤੀ ਹੈ ਕਿ ਮੈਂ ਨਹੀਂ ਆ ਸਕਦਾ। ਤੁਹਾਡੇ ਫੈਮਿਲੀ ਮੈਟਰਸ ਨੇ, ਖੁਦ ਇਹਨੂੰ ਸੋਲਵ ਕਰੋ। ਬੀਵੀ ਮੇਰੀ ਦਾ ਮਸਲਾ ਹੈ ਤੇ ਉਹ ਪ੍ਰੈਗਨੈਂਸੀ 'ਚ ਤੇ ਲਿਹਾਜ਼ਾ ਉਹਨੂੰ ਨਾ ਹੱਥ ਲਾਈ। ਠੀਕ ਹੈ। ਮੇਰੀ ਬੀਵੀ ਨੇ ਫਿਰ ਕਾਲ ਕੀਤੀ ਹੈ, ਉਹ ਰੋ ਰਹੀ ਸੀ, ਮੈਨੂੰ ਕਹਿ ਰਹੀ ਸੀ ਕਿ ਆ ਕੇ ਮੈਨੂੰ ਲੈ ਕੇ ਜਾਓ। ਮੈਂ ਕਿਹਾ ਮੈਂ ਨਹੀਂ ਆ ਸਕਦਾ, ਮੈਂ ਜਵਾਬ ਦਿੱਤਾ ਹੈ ਪਹਿਲੇ ਤੇਰੇ ਬਹਿਨੋਈ ਨੂੰ। ਠੀਕ ਹੈ। ਤੇ ਲਿਹਾਜ਼ਾ ਤੂੰ ਆ ਜਾ ਬੈਠ ਕੇ, ਮੈਂ ਤੈਨੂੰ ਅੱਗੋਂ ਰਿਸੀਵ ਕਰ ਲੈਣਾ। ਉਹ ਥੋੜੇ ਓਟੇ 'ਤੇ ਬੈਠੀ ਇੱਥੇ ਆ ਗਈ ਹੈ, ਮੈਂ ਲੈ ਕੇ ਆਇਆ ਵਾਂ। ਤੇ 1-2 ਦਿਨ ਬਾਅਦ ਫਿਰ ਜਨਾਬ ਮੈਂ ਕਿੱਥੇ ਰਹਿੰਦੀ ਸੀ? ਨਾਰੰਗ, ਗੰਦੋਵਾਲ ਪਿੰਡ ਹੈ। ਹਾਂਜੀ। ਤੇ ਵਾਪਸ ਆਈ ਹੈ ਤੇ ਫਿਰ ਮੈਂ 2-3 ਦਿਨ ਗੁਜ਼ਰੇ ਨੇ ਤੇ ਮੈਂ ਆਪਣੇ ਉਹ ਪਹਿਲੇ ਸਸੁਰਾਲ ਜਾਣਾ ਪੈ ਗਿਆ, ਉੱਥੋਂ ਹੋ ਕੇ ਆਇਆ ਵਾਂ। ਤੇ ਫਿਰ ਮੇਰੇ ਨਾਲ ਮੈਂ ਵਾਪਸੀ ਆਇਆ ਤੇ ਮੇਰੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਕਿ ਤੂੰ ਅੱਛਾ ਨਹੀਂ ਕੀਤਾ ਹੈ, ਉੱਥੇ ਚਲਾ ਗਿਆ, ਮੈਨੂੰ ਲੈਣ ਨਹੀਂ ਸੀ ਆਇਆ ਹੈ, ਉਹੀ ਸੂਟ ਪਾ ਕੇ ਉੱਥੇ ਚਲਾ ਗਿਆ, ਮੈਂ ਪ੍ਰੈਸ ਕਰਕੇ ਦਿੱਤਾ ਸੀ, ਤੁਸੀਂ ਉੱਧਰ ਚਲੇ ਗਏ ਜੇ। ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਮੈਂ ਥੱਕਿਆ ਵਾਂ, ਮੈਂ ਸੌਣ ਲੱਗਾ, ਮੈਨੂੰ ਥਕਾਵਟ ਹੈ ਬਹੁਤ ਜ਼ਿਆਦਾ ਤੇ ਤੂੰ ਲਾਜ਼ਾ ਸੁਬਾਹ ਕਰ ਲਈ ਜਿਹੜੀ ਗੱਲ ਕਰਨੀ ਹੋਈ। ਮੈਨੂੰ ਕਿਹਾ ਮੈਨੂੰ ਮੋਬਾਈਲ ਦੇ ਦਿਓ, ਮੈਂ ਮੋਬਾਈਲ ਦੇ ਦਿੱਤਾ। ਸਰ ਮੈਂ ਅਗਰ ਕਤਲ ਕਰਨ ਦਿਆਂ ਹੋਵਾਂ ਤਾਂ ਮੈਂ ਮੋਬਾਈਲ ਹੀ ਨਾ ਦਿਆਂ ਆਪਣਾ। ਮੇਰੇ ਮੋਬਾਈਲ ਤੋਂ ਹੀ ਉਹ ਆਪਣੇ ਘਰ ਕਾਲਾਂ ਕਰ ਰਹੀ ਹੈ ਔਰ ਮੈਸੇਜ ਕਰ ਰਹੀ ਹੈ ਕਿ ਜੀ ਮੈਨੂੰ ਇਹਦੇ ਤੋਂ ਖਤਰਾ ਹੈ। ਤੇਰੇ ਤੋਂ ਖਤਰਾ ਹੈ? ਜੀ। ਤੇਰੇ ਮੋਬਾਈਲ ਤੋਂ? ਜੀ, ਮੇਰੇ ਹੀ ਮੋਬਾਈਲ ਤੋਂ ਕਰ ਰਹੀ ਹੈ। ਤੇ ਉਸ ਤੋਂ ਬਾਅਦ ਸਰ ਮੈਨੂੰ ਰਾਤ ਤਕਰੀਬਨ 12 ਦੇ ਰਾਉਂਡ ਅਬਾਊਟ ਟਾਈਮ ਸੀ ਜਦੋਂ ਮੈਨੂੰ ਜਗਾਇਆ ਦੁਬਾਰਾ ਉਹਨੇ ਔਰ ਮੈਨੂੰ ਕਿਹਾ ਜੀ ਮੈਂ ਗੋਲੀਆਂ ਖਾ ਲਈਆਂ। ਮੈਂ ਕਿਹਾ ਕਿਹੜੀਆਂ ਗੋਲੀਆਂ ਖਾ ਲਈਆਂ? ਪਹਿਲੇ ਮੈਨੂੰ ਲੱਗਾ ਆਦਤ ਹੈ ਉਹਦੀ ਇਸ ਤਰ੍ਹਾਂ ਦੀ, ਮਜ਼ਾਕ ਕਰ ਰਹੀ ਹੈ। ਮੈਂ ਕਿਹਾ ਕੀ ਹੋਇਆ? ਅਕਸਰ ਮਜ਼ਾਕ ਕਰਦੀ? ਜੀ, ਅਕਸਰ ਉਹਦੀ ਤਬੀਅਤ ਐਸੀ ਸੀ ਕਿ ਮਜ਼ਾਕ ਵੀ ਕਰਨਾ ਔਰ ਧਮਕੀਆਂ ਦੇਣਾ, ਔਰ ਮੈਂ ਕਦੀ ਨਹੀਂ ਸੀ ਸਮਝਿਆ। ਮੈਂ ਕਿਹਾ ਐਵੇਂ ਬਸ ਕਹਿੰਦੀ ਏ, ਇਹਨੇ ਕਿਹੜਾ ਇਸ ਤਰ੍ਹਾਂ ਤੇ ਨਹੀਂ ਬੰਦਾ ਕੋਈ ਵੀ ਨਹੀਂ ਕਰਦਾ, ਆਪਣੀ ਜਾਨ ਕੌਣ ਲੈਂਦਾ। ਸਰ ਉਹਨੇ ਗੋਲੀਆਂ ਖਾਣ ਤੋਂ ਬਾਅਦ ਮੈਨੂੰ ਜਗਾਇਆ ਜੀ ਤੁਸੀਂ ਮੈਨੂੰ ਹਸਪੀਟਲ ਨਹੀਂ ਲੈ ਕੇ ਜਾਣਾ। ਕੀ ਕਹਿੰਦੀ? ਮੈਨੂੰ ਹਸਪੀਟਲ ਨਹੀਂ ਲੈ ਕੇ ਜਾਣਾ। ਮੈਂ ਕਿਹਾ ਮੈਂ ਤਾਂ ਕਦੀ ਵੀ ਨਾ ਤੈਨੂੰ, ਮੈਂ ਤਾਂ ਲੈ ਕੇ ਜਾਵਾਂਗਾ, ਹੁਣੇ ਹੀ ਲੈ ਕੇ ਜਾਵਾਂਗਾ, ਮੈਂ ਇਸ ਤਰ੍ਹਾਂ ਨਹੀਂ ਛੱਡ ਸਕਦਾ। ਮੈਂ ਆਪਣੇ ਭਾਈ ਨੂੰ ਜਗਾਇਆ, ਮੈਂ ਕਿਹਾ ਜੀ ਜ਼ਰਾ ਮੇਰੇ ਨਾਲ ਆਓ। ਉਹਨਾਂ ਨੇ ਮੋਟਰਸਾਈਕਲ ਕੱਢੀ ਹੈ। ਮੈਂ ਨਹੀਂ ਮਜ਼ਾਕ ਨਹੀਂ ਸਮਝਦਾ ਰਿਹਾ ਪਹਿਲੇ ਤੋਂ? ਸਰ ਮੈਂ ਜਦੋਂ ਉਹਨੇ ਮੈਨੂੰ ਉਠਾਇਆ ਤੇ ਮੈਂ ਉਹਨੂੰ ਕਨਫਰਮ ਕਰਕੇ ਪੁੱਛਿਆ, ਉਹਨੇ ਕਿਹਾ ਨਹੀਂ ਮੈਂ ਖਾ ਲਈਆਂ, ਮੈਂ ਗੋਲੀਆਂ ਖਾ ਲਈਆਂ ਨੇ। ਕਿਹੜੀਆਂ? ਗੰਦਮ ਵਾਲੀਆਂ। ਅੱਛਾ, ਕਿੰਨੀਆਂ? 2 ਗੋਲੀਆਂ। ਉਹਨੇ ਮੈਨੂੰ ਕਿਹਾ ਇਸ ਤਰ੍ਹਾਂ, ਮੈਨੂੰ ਨਾ ਇਸ਼ਾਰਾ ਕੀਤਾ, ਮੈਂ 2 ਗੋਲ। ਮੈਂ ਕਿਹਾ ਕਿੰਨੀਆਂ ਖਾਧੀਆਂ? ਉਹਨੇ ਕਿਹਾ ਜੀ ਮੈਂ 2 ਖਾਧੀਆਂ ਨੇ। ਮੈਂ ਉਸੇ ਟਾਈਮ ਸਰ ਲੈ ਕੇ ਤੇ ਇੱਥੇ ਹਸਪੀਟਲ ਆ ਗਿਆ, ਬਿਲਕੁਲ ਹੋਸ਼ 'ਚ।
ਗੱਲਾਂ ਕਰ ਰਹੀ ਹੈ ਬਿਲਕੁਲ। ਮਤਲਬ ਮੈਂ ਇੰਨਾ ਕੁ ਟੁੱਟ ਗਿਆ ਸਾ, ਇੰਨਾ ਕੁ ਥਕਾਵਟ ਹੋ ਗਈ ਸੀ ਮੈਨੂੰ। ਮੈਂ ਬੰਦਾ ਜ਼ਾਹਿਰੀ ਗੱਲ ਇੰਨੀ ਵੱਡੀ ਪਰੇਸ਼ਾਨੀ ਜਦੋਂ ਵੇਖਦਾ ਤੇ ਹੋਸ਼ ਨਹੀਂ ਰਹਿੰਦਾ ਬੰਦੇ ਨੂੰ। ਮੈਂ ਐਮਰਜੈਂਸੀ ਤੋਂ ਬਾਹਰ ਆ ਕੇ ਸਾਰੇ ਨਾਲ ਥੱਲੇ ਬੈਠ ਗਿਆ ਵਾਂ ਜ਼ਮੀਨ ਤੇ ਆਵਾਜ਼ਾਂ ਦਿੱਤੀਆਂ ਉਸ ਮੈਨੂੰ ਬਕਾਇਦਾ। ਫਿਰ ਡਾਕਟਰ ਨੇ ਆ ਕੇ ਮੈਨੂੰ ਬੁਲਾਇਆ ਕਿ ਫੈਸਲ ਕੌਣ ਹੈ? ਮੈਂ ਕਿਹਾ ਸਰ ਮੈਂ ਆ। ਕੀ ਲੱਗਦੇ ਹੋ ਇਹਨਾਂ ਦੇ? ਮੈਂ ਕਿਹਾ ਜੀ ਮੈਂ ਹਸਬੈਂਡ ਹੈ ਇਹਨਾਂ ਦਾ। ਇੱਥੇ ਖੜਾ ਹੋ ਜਾ। ਫਿਰ ਮੈਨੂੰ ਉਹ ਡਾਕਟਰ ਦੇ ਸਾਹਮਣੇ ਮੈਨੂੰ ਕਹਿ ਰਹੀ ਹੈ ਕਿ ਤੁਸੀਂ ਇੱਥੇ ਖੜੇ ਹੋ ਜਾਵੋ, ਮੈਂ ਨਹੀਂ ਬਚਣਾ ਹੈ। ਅਗਰ ਸਰ ਮੈਂ ਕਤਲ ਹੀ ਕਰਦਾ ਹੋਵਾਂ ਜਾਂ ਮੈਂ ਉਹਨੂੰ ਗੋਲੀਆਂ ਖਵਾ ਰਿਹਾ ਹੋਵਾਂ ਤਾਂ ਉੱਥੇ ਹੋਸ਼ 'ਚ ਬੋਲਣ ਦੀ ਸਰ ਉੱਥੇ ਉਹ ਬਿਆਨ ਨਹੀਂ ਦੇ ਸਕਦੀ। ਉੱਥੇ ਵੀ ਤਾਂ ਬਿਆਨ ਦੇ ਸਕਦੀ ਹੈ ਨਾ ਸਰ, ਉੱਥੇ ਵੀ ਕਹਿ ਸਕਦੀ ਹੈ। ਇਵਨ ਕਿ ਉਹ ਬਿਆਨ ਦਵੇ, ਉਹਨੇ ਮੈਨੂੰ ਬੁਲਾਇਆ, ਮੈਨੂੰ ਆਪਣੇ ਕੋਲ ਖੜਾ ਕਰ ਲਿਆ, ਮੇਰਾ ਹੱਥ ਪਕੜਿਆ, ਜੀ ਤੁਸੀਂ ਜਾਣਾ ਨਹੀਂ ਹੈ, ਬਾਹਰ ਨਹੀਂ ਜਾਣਾ ਹੈ, ਠੀਕ ਹੈ। ਅੱਛਾ, ਤੇ ਮੈਸੇਜ ਵੀ ਕਰੀ ਜਾ ਰਹੀ ਹੈ ਆਪਣੇ ਘਰ ਕਿ ਮੈਨੂੰ ਕੀਤੇ ਨੇ ਉਹਨੇ, ਬਿਲਕੁਲ ਮੈਸੇਜ ਕੀਤੇ ਨੇ ਪਹਿਲੇ। ਲੇਕਿਨ ਉਹ ਲਾਸਟ ਟਾਈਮ ਉਹਨੇ ਮੇਰੇ ਕੋਲੋਂ ਇਹੀ ਗੱਲਾਂ ਮੇਰੇ ਨਾਲ ਕੀਤੀਆਂ ਔਰ ਐਂਡ 'ਤੇ ਇਹੀ ਕਿਹਾ ਮੈਨੂੰ ਮਾफ़ ਕਰ ਦਿਆ ਜੀ। ਬਸ ਇਹ ਗੱਲਾਂ ਬਾਤਾਂ ਹੋਈਆਂ ਨੇ ਔਰ ਮੈਂ ਕਤਲ ਮੈਂ ਨਹੀਂ ਕੀਤਾ ਸਰ। ਨਹੀਂ ਤੇ ਕਿਉਂ ਖੁਦਕੁਸ਼ੀ ਕਰ ਲਈ ਉਹਨੇ? ਆ ਜਿਹੜੀ ਤੂੰ ਸਟੋਰੀ ਸਾਰੀ ਸੁਣਾ ਰਿਹਾ ਹੈ, ਇਹਦੇ ਪਿੱਛੇ ਕੀ ਵਜ੍ਹਾ ਹੈ? ਸਰ 2 ਸ਼ਾਦੀਆਂ ਦੀ ਵਜ੍ਹਾ ਤੋਂ, ਦੂਸਰੀ ਬੀਵੀ ਦੀ ਵਜ੍ਹਾ ਤੋਂ। ਕਿ ਉਹਦੇ ਨਾਲ ਉਹ ਤੇ ਉਹਨੇ ਜਾਣਦੇ ਬੁੱਝਦੇ ਹੋਏ ਤੇਰੇ ਨਾਲ ਦੂਸਰੀ ਸ਼ਾਦੀ ਬਿਲਕੁਲ ਸਰ, ਜਾਣਦੇ ਬੁੱਝਦੇ ਹੋਏ ਕੀਤੀ ਸ਼ਾਦੀ ਮੇਰੇ ਨਾਲ। ਲੇਕਿਨ ਉਹਦੇ ਘਰ ਵਾਲੇ ਇਸ ਚੀਜ਼ ਨੂੰ ਐਕਸੈਪਟ ਕਰਨ ਦੇ ਤਿਆਰ ਨਹੀਂ ਸਨ। ਬਾਹਰ ਘਰ ਵਾਲਿਆਂ ਨੂੰ ਉਦੋਂ ਨਹੀਂ ਦੱਸਿਆ? ਤੂੰ ਉਦੋਂ ਪਰਦੇ 'ਚ ਰੱਖਿਆ ਸੀ, ਲੁਕਾ ਕੇ ਰੱਖਿਆ ਸੀ ਕਿ ਮੇਰੀ ਸ਼ਾਦੀ ਹੋਈ ਹੈ ਕਿ ਨਹੀਂ ਹੋਈ? ਨਹੀਂ ਸਰ, ਉਹਨਾਂ ਨੂੰ ਪਤਾ ਸੀ। ਉਹਨਾਂ ਦੀ ਬੇਟੀ ਨੇ ਖੁਦ ਦੱਸਿਆ ਸੀ ਉਹਨਾਂ ਨੂੰ ਕਿ ਜੀ ਉਹਦੀ ਸ਼ਾਦੀ ਹੋਈ ਹੈ ਪਹਿਲੇ। ਲੇਕਿਨ ਉਦੋਂ ਸ਼ਾਦੀ ਹੋ ਗਈ ਹੈ। ਸ਼ਾਦੀ ਤੋਂ ਬਾਅਦ ਉਹਨਾਂ ਰੌਲਾ ਪਾਉਣਾ ਸ਼ੁਰੂ ਕੀਤਾ ਜੀ ਨਹੀਂ ਹੁਣ ਅਸੀਂ ਮਤਲਬ ਇਸ ਤਰ੍ਹਾਂ ਨਹੀਂ ਹੋ ਸਕਦਾ। ਔਰ ਮੈਂ ਪਹਿਲੀ ਬੀਵੀ ਦੇ ਨਾਲ ਉੱਥੇ ਚਲਾ ਗਿਆ ਵਾਂ, ਇਸ ਚੀਜ਼ ਤੋਂ ਵੀ ਬੜਾ ਇਤਰਾਜ਼ ਬਣ ਗਿਆ ਹੈ। ਯਾਨੀ ਕਿ ਨਾ ਬਹੁਤ ਜ਼ਿਆਦਾ ਸੀ ਉਹਦੇ ਵਿੱਚ, ਜ਼ਿੱਦੀ ਵੀ ਬਹੁਤ ਜ਼ਿਆਦਾ ਸੀ। ਉਹਦੇ ਵਾਲਿਦੈਨ ਨੂੰ ਵੀ ਪਤਾ ਹੈ ਸਰ ਕਿ ਪਹਿਲੇ ਵੀ ਸ਼ਾਦੀ ਤੋਂ ਪਹਿਲੇ ਵੀ ਉਹਨੇ ਤਲਾਕ ਪੀ ਲਿਆ ਸੀ। ਛੋਟੀ ਛੋਟੀ ਗੱਲ 'ਤੇ ਜਿਹੜਾ ਦਿਲ ਬਰਦਾਸ਼ਤ ਹੋ ਜਾਂਦੀ ਸੀ। ਨਹੀਂ ਹੁਣ ਆਖਰੀ ਟਾਈਮ ਕਿਹੜੀ ਐਸੀ ਗੱਲ ਸੀ ਜਦੋਂ ਤੋਂ ਦਿਲ ਬਰਦਾਸ਼ਤ ਹੋਈ? 8 ਮਹੀਨੇ ਤੋਂ ਤੈਨੂੰ ਝੇਲ ਰਹੀ ਸੀ, 2 ਸਾਲ ਪੁਰਾਣਾ ਤੇਰਾ ਲਵ ਚੱਲ ਰਿਹਾ ਸੀ ਉਹਦੇ ਨਾਲ ਚੱਕਰ। ਅਚਾਨਕ ਕੀ ਹੋਇਆ ਕਿ ਸ਼ਾਦੀ ਵੀ ਕਰ ਲਈ ਹੈ ਤੇ ਉਹਨੇ ਖੁਦਕੁਸ਼ੀ ਕਰ ਲਈ? ਤੇਰੇ ਬਕੌਲ ਅਗਰ ਖੁਦਕੁਸ਼ੀ ਕੀਤੀ ਹੈ ਤੇ ਉਹਦੇ ਪਿੱਛੇ ਵਜ੍ਹਾ ਦੱਸਣੀ ਹੈ, ਰੀਜ਼ਨਸ। ਸਰ ਰੀਜ਼ਨ ਇਹੀ ਹੈ ਕਿ ਮੈਂ ਪਹਿਲੀ ਬੀਵੀ ਉਹ ਕਹਿ ਰਹੀ ਸੀ ਕਿ ਇਹਨੂੰ ਛੱਡ ਬਸ, ਜਿੰਜ ਵੀ ਹੈ ਹੁਣ ਹੀ ਤੂੰ ਛੱਡ। ਮੈਂ ਕਹਿ ਰਿਹਾ ਸੀ ਕਿ ਮੈਨੂੰ ਕੁਝ ਟਾਈਮ ਦੇ, ਮੈਂ ਮਾਮਲਾ ਸੈਟਲ ਕਰ ਲੈਣਾ ਵਾ, ਲੇਕਿਨ ਫਿਲਹਾਲ ਮੈਂ ਨਹੀਂ ਕਰ ਸਕਦਾ। ਫਿਲਹਾਲ ਮੈਂ ਮਜਬੂਰ ਹਾਂ। ਇਹੀ ਵਜ੍ਹਾ ਇੰਨੀ ਜ਼ਿਆਦਾ। ਇੰਨੀ ਤਵਾਜ਼ਨ ਉਹਦਾ ਖਰਾਬ ਸੀ, ਪਾਗਲ ਸੀ, ਕੀ ਸੀ ਉਹ ਖਾਤੂਨ? ਸਰ ਪਾਗਲ ਨਹੀਂ ਸੀ, ਲੇਕਿਨ ਇਹ ਹੈ ਕਿ ਜ਼ਿੱਦੀ ਬਹੁਤ ਜ਼ਿਆਦਾ ਸੀ। ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਆਪਣੇ ਆਪ 'ਤੇ ਸਵਾਰ ਕਰ ਲੈਣਾ, ਇਸ ਤਰ੍ਹਾਂ ਦੀ ਆਦਤ ਸੀ। ਉਸ ਦਿਨ ਕੋਈ ਇਹੋ ਜਿਹਾ ਲੜਾਈ ਝਗੜਾ ਹੋਇਆ ਹੋਏਗਾ ਜਿਸ ਤੋਂ ਬਾਅਦ ਸੁੱਤੇ ਹੋਣਗੇ ਤੇ ਖੁਦਕੁਸ਼ੀ ਕੀਤੀ ਹੋਏਗੀ ਨਾ। ਐਵੇਂ ਥੋੜੀ ਬੰਦਾ ਖੁਦਕੁਸ਼ੀ ਕਰ ਲੈਂਦਾ ਹੈ। ਮੰਨ ਲਈ ਹੈ ਤੇਰੀ ਗੱਲ। ਵੈਸੇ ਪੁਲਿਸ ਤੇ ਕਹਿ ਰਹੀ ਹੈ ਕਿ ਤੂੰ ਕਤਲ ਕੀਤਾ ਹੈ, ਉਹਦੇ ਸਾਰੇ ਸ਼ਵਾਹਿਦ ਮੌਜੂਦ ਹੈ। ਆਪਣੀ ਬੀਵੀ ਦੇ ਕਤਲ ਦੇ ਇਲਜ਼ਾਮ 'ਚ ਹੀ ਗ੍ਰਿਫਤਾਰ ਹੈ। ਹੱਥ ਕੜੀਆਂ ਕਿਸ ਚੱਕਰ 'ਚ ਲੱਗੀਆਂ? ਜੀ ਕਤਲ ਦੇ, ਜੀ ਬੀਵੀ ਦੇ ਕਤਲ 'ਚ। ਬੀਵੀ ਦੇ ਕਤਲ ਦੇ, ਸਹੀ। ਤੇ ਹੁਣ ਤੂੰ ਕਹਿ ਰਿਹਾ ਕਿ ਮੈਂ ਕਤਲ ਨਹੀਂ ਕੀਤਾ, ਖੁਦਕੁਸ਼ੀ ਕੀਤੀ ਹੈ ਉਹਨੇ। ਉਹਦਾ ਕੀ ਸਬੂਤ ਹੈ? ਉਹਦੇ ਪਿੱਛੇ ਵਜੂਹਾਤ ਕੀ ਹੈ? ਉਹ ਵਜੂਹਾਤ ਦੱਸ। ਮੈਂ ਕਦੀ ਉਸ ਘਰ ਗਿਆ ਵੀ ਨਹੀਂ ਸੀ ਜਿਹੜੀ ਪਹਿਲੀ ਬੀਵੀ ਸੀ, ਠੀਕ ਹੈ। ਔਰ ਮੇਰੇ 'ਤੇ ਪਾਬੰਦੀ ਲਗਾਈ ਜਾਂਦੀ ਸੀ ਇਸ ਬੀਵੀ ਵੱਲੋਂ, ਔਰ ਮੈਂ ਕਦੀ ਗਿਆ ਵੀ ਨਹੀਂ ਸੀ। ਉਹਦੀ ਗੱਲ ਮੰਨ ਲੈਣਾ ਸਾਂ। ਇਸ ਦਫਾ ਮੈਂ ਇਹਦੀ ਗੱਲ ਨਹੀਂ ਮੰਨੀ, ਮੈਂ ਆਪਣੇ ਸਸੁਰਾਲ ਚਲਾ ਗਿਆ, ਠੀਕ ਹੈ। ਉਹਨਾਂ ਬਹੁਤ ਜ਼ਿਆਦਾ ਮੈਨੂੰ ਫੋਰਸ ਕੀਤਾ ਕਿ ਬਾਈ ਤੁਸੀਂ 8 ਮਾਹ ਹੋ ਗਏ ਨੇ ਤਕਰੀਬਨ, ਫਿਰ ਚੱਕਰ ਨਹੀਂ ਲਾਇਆ ਹੈ ਅਤੇ ਮਿਹਰਬਾਨੀ ਹੈ ਤੁਸੀਂ ਇੱਕ ਚੱਕਰ ਲਗਾ ਲਓ। ਮੈਂ ਉੱਥੇ ਚਲਾ ਗਿਆ ਸਰ, ਅਤੇ ਉਸ ਤੋਂ ਬਾਅਦ ਵਾਪਸ ਆਇਆ ਘਰ ਅਤੇ ਇਸ ਚੀਜ਼ ਦਾ ਤਨਾਜ਼ਾ ਮੇਰੇ ਨਾਲ ਬਣਾਇਆ। ਤਨਾਜ਼ਾ ਬਣਾਇਆ, ਉਦੋਂ ਗੁੱਸੇ 'ਚ ਆ ਗਿਆ, ਉਹਦੇ ਨਾਲ ਹਾਥਾਪਾਈ ਹੋਈ, ਲੜਾਈ, ਕੋਈ ਥੱਪੜ ਮਾਰਤਾ, ਇਹੋ ਜਿਹਾ ਕੁਝ ਹੋਇਆ? ਸਰ ਮੈਂ ਕਦੀ ਵੀ ਉਹਦੇ ਨਾਲ ਮੇਰੀ ਨਹੀਂ ਸੀ ਲੜਾਈ ਇਸ ਤਰ੍ਹਾਂ ਨਹੀਂ ਸੀ ਹੋਈ, ਨਾ ਉਹਦੀ ਹੋਈ ਮੇਰੇ ਨਾਲ ਹੋਈ ਸੀ। ਅਗਰ ਸਾਨੂੰ ਗੁੱਸਾ ਵੀ ਆਉਂਦਾ ਸੀ, ਮਤਲਬ ਨਾਰਾਜ਼ ਹੋ ਜਾਈਦਾ ਸੀ, ਨਹੀਂ ਬੋਲਣਾ, ਲੇਕਿਨ ਇਸ ਤਰ੍ਹਾਂ ਦਾ ਮਾਮਲਾ। ਕਿੰਨੀ ਦੇਰ ਹੋਈ ਸੀ ਸ਼ਾਦੀ ਨੂੰ ਤੇਰੀ? 8 ਮਾਹ ਹੋਏ ਸੀ। 8 ਮਾਹ ਹੋਏ ਸੀ। 8 ਮਾਹ ਬਾਅਦ ਉਹ ਨਵੀਂ ਨਵੇਲੀ ਦੁਲਹਨ ਨੇ ਖੁਦਕੁਸ਼ੀ ਕਰ ਲਈ ਤੇਰੇ ਬਕੌਲ? ਜੀ ਖੁਦਕੁਸ਼ੀ। ਔਰ ਵਜ੍ਹਾ ਕੀ ਸੀ? ਵਜ੍ਹਾ ਪਹਿਲੀ ਬੇਗਮ। ਤੇ ਪਹਿਲੀ ਬੇਗਮ ਤੋਂ ਪਹਿਲੇ ਤੋਂ ਮੌਜੂਦ ਹੈਗੀ ਸੀ? ਜੀ ਪਹਿਲੇ ਤੋਂ ਮੌਜੂਦ ਹੈਗੀ ਸੀ। ਹਾਂ, ਤੇ ਫਿਰ ਉਹਨੇ ਸ਼ਾਦੀ ਕਿਉਂ ਕੀਤੀ? ਸਰ ਇਹੀ ਗੱਲ ਹੈ ਨਾ, ਬਸ ਉਹ ਉਸ ਟਾਈਮ ਤੇ ਉਹਨੂੰ ਨਹੀਂ ਸਮਝ ਆਈ। ਉਸ ਤੋਂ ਬਾਅਦ ਉਹਨੇ ਕਿਹਾ ਜੀ ਬਸ ਮੈਂ ਸ਼ੇਅਰ ਨਹੀਂ ਕਰ ਸਕਦੀ ਤੈਨੂੰ, ਜੋ ਮਰਜ਼ੀ ਹੋ ਜਾਵੇ। ਸ਼ੇਅਰ ਉਹ ਥੋੜੀ ਕਰ ਰਹੀ ਸੀ, ਸ਼ੇਅਰ ਤੇ ਉਹਨੇ ਕੀਤਾ ਜਿਹੜੀ ਪਹਿਲੇ ਤੋਂ ਸੀ। ਬਸ ਸਰ ਉਹ ਨਹੀਂ ਸੀ, ਇਸ ਚੀਜ਼ ਨੂੰ ਉਹਨੇ ਨਹੀਂ ਸਮਝਿਆ ਹੈ। ਮੈਂ ਬੜਾ ਕੋਸ਼ਿਸ਼ ਕੀਤੀ ਸਮਝਾਉਣ ਦੀ ਇਸ ਚੀਜ਼ ਨੂੰ। ਤੇ ਬਹੁਤ ਹੀ ਰਿਲੈਕਸ ਹੈ, ਕਿਉਂ ਇੰਨਾ ਮੁਤਮਈਨ ਕਿਉਂ ਹੈ?
ਸਰ ਜਿੰਨੇ ਕੁਛ ਕੀਤਾ ਹੋਵੇ ਨਾ ਤੇ ਫਿਰ ਤੇ ਉਹਨੂੰ ਕੋਈ ਫੀਲ ਹੋਵੇ। ਮੈਂ ਆਪਣੇ ਅੱਲਾ ਤੇ ਸਾਰੇ ਮਾਮਲਾ ਛੱਡੇ ਨੇ, ਮੈਨੂੰ ਸਜ਼ਾ ਦੇਵੇ ਜਜ਼ਾ ਦੇਵੇ, ਮੈਂ ਆਪਣੇ ਅੱਲਾ ਤੇ ਛੱਡੇ ਨੇ। ਮੈਂ ਅਗਰ ਮੈਂ 1% ਵੀ ਜੇ ਅਗਰ ਇਹਦੇ ਵਿੱਚ ਗਲਤ ਹੋਵਾਂਗਾ ਤਾਂ ਫਿਰ ਮੈਨੂੰ ਅੱਲਾ ਪਾਕ ਸਜ਼ਾ ਦੇ ਦੇਗਾ। ਸਹੀ ਹੈ। ਇਹ ਵਕੂਆ ਕਦੋਂ ਦਾ? ਇਹ ਵਕੂਆ ਤਕਰੀਬਨ 4-5 ਮਾਹ ਪਹਿਲੇ ਦਾ। 4 ਮਾਹ ਪਹਿਲੇ? ਹਾਂਜੀ 4-5 ਮਾਹ, ਮਤਲਬ 2022 ਦਾ ਵਕੂਆ ਹੈ ਜੀ। 2022 ਇਹ 2023 ਹੈ ਜੀ, 2022 ਦਾ ਵਕੂਆ ਹੈ। ਕਿਹੜਾ ਮਹੀਨਾ ਸੀ ਪਤਾ ਹੈ? ਸਰ ਯਾਦ ਨਹੀਂ ਹੈ ਹੁਣ। ਯਾਦ ਨਹੀਂ ਹੈ। ਅੱਛਾ, ਉਦੋਂ ਨਹੀਂ ਪੁਲਿਸ ਨੇ ਤੈਨੂੰ ਫੜਿਆ? ਜੀ ਸਰ, ਉਦੋਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ। ਮੇਰੀ ਗ੍ਰਿਫਤਾਰੀ ਇਲਤਵਾਜ ਸੀ। FIR ਹੋ ਗਈ ਸੀ? ਜੀ FIR ਕਿਹੜੀ ਦਫਾ ਦੇ ਤਹਿਤ? 302 ਦੇ ਤਹਿਤ। ਅੱਛਾ, ਤੇ ਗ੍ਰਿਫਤਾਰੀ ਕਿਉਂ ਇਲਤਵਾਜ ਚ ਸੀ? ਸਰ ਮੈਡੀਕਲ ਰਿਪੋਰਟ ਤੇ ਡਿਪੈਂਡੈਂਟ ਸੀ। ਅਗਰ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਕੋਈ ਵੀ ਡਿਸੀਜਨ ਲਿਆ ਜਾਏਗਾ। ਠੀਕ ਹੈ। ਮੈਡੀਕਲ ਰਿਪੋਰਟ ਆ ਗਈ? ਜੀ ਮੈਡੀਕਲ ਰਿਪੋਰਟ ਆ ਗਈ। ਮੈਡੀਕਲ ਰਿਪੋਰਟ ਝੂਠੀ ਹੈ? ਨਹੀਂ ਸਰ, ਮੈਡੀਕਲ ਰਿਪੋਰਟ ਕਿਉਂ ਝੂਠੀ ਹੈ? ਮੈਡੀਕਲ ਰਿਪੋਰਟ ਤੇ ਜੈਨੂਇਨ ਹੀ ਹੋਏਗੀ ਨਾ, ਠੀਕ ਹੋਏਗੀ ਬਿਲਕੁਲ। ਤੇ ਠੀਕ ਹੋਏਗੀ ਤੇ ਤੈਨੂੰ ਪੁਲਿਸ ਨੇ ਫੜਿਆ ਨਾ, ਫਿਰ ਤੂੰ ਤੇ ਕਾਤਲ ਹੈ, ਤੂੰ ਕਤਲ ਕੀਤਾ। ਉਹ ਕਤਲ ਦੀ ਹੁਣ ਸਟੋਰੀ ਸੁਣਾ ਸਾਰੀ। ਸਰ ਮੈਂ ਕਤਲ ਕੀਤਾ ਹੀ ਨਹੀਂ ਹੈ, ਮੈਂ ਕੀ ਸਟੋਰੀ ਤੁਹਾਨੂੰ ਸੁਣਾਵਾਂ? ਜਿਹੜੀ ਗੱਲ ਮੈਡੀਕਲ ਰਿਪੋਰਟ ਕਹਿੰਜ ਸੱਚੀ ਹੋਏਗੀ ਜਾਂ ਝੂਠੀ ਹੋਏਗੀ ਤੇ ਫਿਰ ਖੁਦਕੁਸ਼ੀ ਹੈ ਨਾ। ਸੱਚੀ ਹੋਏਗੀ ਤੇ ਤੂੰ ਕਾਤਲ ਹੈ। ਸਰ ਮੈਡੀਕਲ ਰਿਪੋਰਟ 'ਚ ਵੀ ਤੇ ਇਹੀ ਲਿਖਿਆ ਹੈ ਨਾ ਕਿ ਲੜਕੀ ਨੇ ਗੋਲੀਆਂ ਖਾਧੀਆਂ ਨੇ, ਔਰ ਗੋਲੀਆਂ ਤੁਹਾਨੂੰ ਮੈਂ ਦੇਣਾ, ਤੁਸੀਂ ਖਾ ਲੋਗੇ? ਸਹੀ। ਖਾ ਲੋਗੇ? ਨਹੀਂ, ਮੈਂ ਕਿਉਂ ਖਾਵਾਂਗਾ? ਕਿਸੇ ਨੂੰ ਵੀ ਤੁਸੀਂ ਮੈਨੂੰ ਦਿਓ, ਮੈਂ ਖਾ ਲਾਂਗਾ। ਨਹੀਂ, ਕੋਈ ਵੀ ਨਹੀਂ ਖਾਂਦਾ। ਗੋਲੀਆਂ ਖਾਧੀਆਂ ਨਾਲ ਉਹ ਜਿਹੜਾ ਗਲਾ ਦਬਾ ਕੇ ਤੂੰ ਕਤਲ ਕੀਤਾ ਹੈ ਉਹ ਦੱਸ। ਸਰ ਮੈਂ ਗਲਾ ਨਹੀਂ ਦਬਾਇਆ। ਤੇ ਉਹ ਤੇਰੇ ਫਿੰਗਰਪ੍ਰਿੰਟਸ, ਉਹ ਸਾਰਾ ਮੈਡੀਕਲ ਜਿਹੜੀ ਰਿਪੋਰਟ ਆਈ? ਫਿੰਗਰਪ੍ਰਿੰਟ ਸਰ ਵੇਖੋ ਨਾ, ਮੈਂ ਅਗਰ ਉਹਨੂੰ ਉਠਾ ਕੇ ਮੋਟਰਸਾਈਕਲ ਤੇ ਬਿਠਾ ਰਿਹਾ ਵਾਂ, ਖੁਦ ਉਹਨੂੰ ਉਠਾ ਕੇ ਲੈ ਕੇ ਜਾ ਰਿਹਾ ਵਾਂ, ਉਹ ਚੱਲਣ ਦੇ ਕਾਬਲ ਨਹੀਂ ਹੈ, ਚੱਲ ਨਹੀਂ ਰਹੀ, ਤੇ ਮੇਰੇ ਫਿੰਗਰਪ੍ਰਿੰਟ ਆਣੇ ਨੇ, ਜ਼ਾਹਿਰੀ ਗੱਲ ਹੈ। ਤੇ ਗਲਾ ਦਬਾਉਣ ਦੇ ਵੀ ਆਣਗੇ? ਗਲੇ ਤੋਂ ਫੜ ਕੇ ਲੈ ਕੇ ਗਿਆ? ਸਰ ਗਲਾ ਮੈਂ ਦਬਾਇਆ ਹੀ ਨਹੀਂ ਹੈ। ਹਾਂ, ਗਲਾ ਤੇ ਨਹੀਂ। ਫਿਰ ਮੈਡੀਕਲ ਰਿਪੋਰਟ ਝੂਠੀ ਹੋਈ ਨਾ। ਤਫਤੀਸ਼ ਤੇ ਇਹ ਕਹਿੰਦੀ ਹੈ ਕਿ ਤੂੰ ਗੋਲੀਆਂ ਵੀ ਉਹਨੇ ਖਾਧੀਆਂ, ਨਾਲ ਉਹਦਾ ਗਲਾ ਵੀ ਦਬਾਇਆ ਗਿਆ। ਸਰ ਗਲਾ ਦਬਾਏ ਦਾ ਮੈਨੂੰ ਨਹੀਂ ਪਤਾ, ਲੇਕਿਨ ਇਸ ਚੀਜ਼ ਦਾ ਮੈਨੂੰ ਪਤਾ ਹੈ ਕਿ ਉੱਥੇ IV ਇੱਕ ਪਾਸ ਹੋਈ ਸੀ, ਉਸ ਚੀਜ਼ ਦਾ ਇਸ਼ੂ ਬਣਿਆ ਹੋਇਆ ਸੀ ਜੀ। ਇਹਨੇ ਇਹ ਗਲੇ ਤੇ ਨਿਸ਼ਾਨ ਹੈ ਜੀ, ਇਹਨਾਂ ਨੇ ਖੁਦ ਕੀਤਾ, ਲੇਕਿਨ ਉਹ ਡਾਕਟਰ ਨੇ ਪਾਸ ਕੀਤੀ ਸੀ IV। ਠੀਕ ਹੈ। ਔਰ ਮੈਂ ਗਲਾ ਨਹੀਂ ਕੋਈ ਵੀ ਦਬਾਇਆ ਹੈ। ਅਗਰ ਮੈਂ ਗਲਾ ਦਬਾ ਰਿਹਾ ਤਾਂ ਫਿਰ ਉਹਨੇ ਗੋਲੀਆਂ ਕਾਹਦੇ ਲਈ ਖਾਧੀਆਂ ਨੇ? ਫਿਰ ਗਲਾ ਦਬਾ ਕੇ ਮਾਰ ਦੇਵਾਂ? ਉਹ ਹਸਪੀਟਲ ਤੱਕ ਪਹੁੰਚੇਗੀ, ਮੈਂ ਗਲਾ ਦਬਾ ਰਿਹਾ ਹਾਂ ਤਾਂ। ਗਲਾ ਨਹੀਂ ਹੈ ਦਬਾਇਆ ਸਰ, ਮੈਂ ਉਹਨੂੰ ਹਸਪੀਟਲ ਲੈ ਕੇ ਗਿਆ, ਬਕਾਇਦਾ ਉਹਨੇ ਗੋਲੀਆਂ ਖਾਧੀਆਂ ਨੇ। ਅੱਛਾ, ਫੇਰ ਕੀ ਕੀਤਾ? ਲਵ ਮੈਰਿਜ ਕਰ ਲਈ, ਕੁੜੀ ਤੇਰੇ ਸਾਹਮਣੇ ਦਮ ਤੋੜ ਗਈ, ਹੱਥ ਫੜ ਕੇ ਤੇਰਾ ਕਿਹਨੂੰ ਤਲਾ ਦਿੱਤੀ ਹੈ? ਕੋਈ ਅਗਲੀ ਸਟੋਰੀ ਸੁਣਾ ਮੈਨੂੰ। ਸਰ ਪੁਲਿਸ ਨੂੰ ਤਲਾਹ ਦੇਣੀ ਸੀ, ਮੈਂ ਆਪਣੇ ਹਸਪੀਟਲ ਤੋਂ। ਪੁਲਿਸ ਨੂੰ ਤੂੰ ਦੇਣੀ ਹੈ ਤਲਾਹ? ਉਹ ਤੇ ਹਸਪਤਾਲ ਵਾਲਿਆਂ ਨੇ ਦੇਣੀ ਹੈ ਕਿ ਤੂੰ ਦਿੱਤੀ? ਸਰ ਉਹੀ ਨਾ, ਉੱਥੇ ਪੁਲਿਸ ਕਾਊਂਟਰ ਹੁੰਦਾ, ਉਹ ਆ ਜਾਂਦੇ ਨੇ। ਠੀਕ ਹੈ। ਔਰ ਉਹਦੇ ਨਹੀਂ, ਅੱਗੇ ਕੀ ਹੋਇਆ ਜਦੋਂ ਉਹ ਇੰਤਕਾਲ ਕਰ ਗਈ? ਜੀ ਠੀਕ ਹੈ, ਤੇਰੇ ਬਕੌਲ ਉਹਨੇ ਖੁਦਕੁਸ਼ੀ ਕਰ ਲਈ, ਫਿਰ ਕੀ ਕੀਤਾ? ਉਸ ਤੋਂ ਬਾਅਦ ਸਰ ਅਸੀਂ ਘਰ ਗਏ ਆ, ਮੈਂ ਉਹਦੇ ਆਪਣਾ ਰਸਤੇ 'ਚ ਹੀ ਉਹਦੇ ਘਰ ਵਾਲਿਆਂ ਨੂੰ ਦੱਸਿਆ, ਔਰ ਡੈਡ ਬੋਡੀ ਲੈ ਕੇ ਗਿਆ? ਜੀ ਡੈਡ ਬੋਡੀ ਲੈ ਕੇ ਗਿਆ। ਤੇ ਪੁਲਿਸ ਨਹੀਂ ਆਈ? ਨਹੀਂ ਸਰ, ਪੁਲਿਸ ਸਵੇਰ ਆਈ ਹੈ ਨਾ, ਜਦੋਂ ਦੇ ਘਰ ਵਾਲੇ ਆਏ ਨੇ, ਜਦੋਂ ਉਹਦੇ ਬਾਅਦ। ਤੈਨੂੰ ਹਸਪਤਾਲੋਂ ਖੁਦਕੁਸ਼ੀ ਕੀਤੀ ਹੋਈ ਪੁਲਿਸ ਤੋਂ ਬਗੈਰ ਹੀ ਤੂੰ ਲਾਸ਼ ਕਿੰਜ ਲੈ ਕੇ ਚਲਾ ਗਿਆ? ਕਿਵੇਂ ਲੈ ਗਿਆ? ਉਹ ਤੇ ਕੋਈ ਪੁਲਿਸ ਕੇਸ ਬਣ ਜਾਂਦਾ ਹੈ, ਔਰ ਹਿਲਾ ਵੀ ਨਹੀਂ ਸਕਦੇ ਤੁਸੀਂ, ਡਾਕਟਰਸ ਦਿੰਦੇ ਹੀ ਨਹੀਂ ਡੈਡ ਬੋਡੀ। ਮਤਲਬ ਤੂੰ ਉੱਥੋਂ ਚੁੱਕ ਕੇ ਲੈ ਗਿਆ ਉਂਝ ਹੀ, ਦੱਸੇ ਬਗੈਰ ਕਿਸੇ ਨੂੰ? ਡਾਕਟਰਸ ਤੇ ਉੱਠ ਕੇ ਇਲਾਜ ਕਰਨ ਦੇ ਵੀ ਫਿਰ ਨਹੀਂ ਰਵਾਦਾਰ ਹੈਗੇ। ਮੈਂ ਤਾਂ ਗਿਆ ਡਾਕਟਰ ਕੋਲ, ਮੈਂ ਕਿਹਾ ਜੀ ਮੇਰੀ ਬੇਗਮ ਐ ਇਸ ਤਰ੍ਹਾਂ, ਮੇਰੀ ਬੀਵੀ, ਉਹਨਾਂ ਨੇ ਗੋਲੀਆਂ ਖਾ ਲਈਆਂ। ਉਹਨਾਂ ਕਿਹਾ ਜੀ ਅਸੀਂ ਕੀ ਕਰੀਏ? ਮੈਂ ਕਿਹਾ ਤੁਸੀਂ ਆਪਣੀ ਡਿਊਟੀ ਕਰੋ, ਤੁਹਾਡਾ ਜਿਹੜਾ ਫਰਜ਼ ਹੈ ਉਹ ਪੂਰਾ ਕਰੋ, ਕਰਨਾ ਕਰਾਉਣਾ ਤੇ ਅੱਲਾਹ ਪਾਕ ਨੇ। ਠੀਕ ਹੈ। ਉਹ ਆ ਗਏ ਨੇ, ਉਹਨਾਂ ਰੈਫਰ ਕਰ ਦਿੱਤਾ। ਮੈਂ ਅੱਗੇ ਲੈ ਕੇ ਗਿਆ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਅੱਗੇ ਜਾਂਦੇ ਆ ਰਸਤੇ ਵਿੱਚ ਦਮ ਤੋੜ ਦਿੱਤੇ ਨੇ। ਠੀਕ ਹੈ। ਮੈਂ ਫਿਰ ਉੱਥੇ ਹਸਪੀਟਲ ਹੈ ਆਪਣਾ ਫਿਰੋਜ਼ ਵਾਲਾ। ਅੱਛਾ, ਪਹਿਲੇ ਉਹਨੇ ਗੋਲੀਆਂ ਖਾਧੀਆਂ, ਪਹਿਲੇ ਤੂੰ ਕਿਹੜੇ ਹਸਪਤਾਲ ਲੈ ਕੇ ਗਿਆ? THQ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਸਰ ਆਪਣਾ ਫਸਟ ਏਡ ਟ੍ਰੀਟਮੈਂਟ ਦਿੱਤਾ ਹੈ, ਤਕਰੀਬਨ ਪੌਣਾ ਘੰਟਾ ਇੱਥੇ ਰਹੇ ਨੇ। ਮੈਦਾ ਵਾਸ਼ ਕੀਤਾ? ਜੀ ਮੈਦਾ ਵਾਸ਼ ਕੀਤਾ ਹੈ। ਅੱਛਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰ ਦਿੱਤਾ ਮਿਓ ਹਸਪੀਟਲ। ਕਿਉਂ ਰੈਫਰ ਕੀਤਾ? ਉਹਨਾਂ ਕਹਿੰਦੇ ਨਹੀਂ ਹੁਣ ਸਾਡੇ ਨਹੀਂ ਗੱਲ ਵਾਸਤੇ ਹੈ, ਅੱਗੇ ਲੈ ਜਾਓ। ਉਦੋਂ ਠੀਕ ਸੀ, ਹੋਸ਼ 'ਚ ਸੀ? ਉਦੋਂ ਹੋਸ਼ 'ਚ ਸੀ, ਲੇਕਿਨ ਆਹਿਸਤਾ ਆਹਿਸਤਾ ਉਹ ਹੋਸ਼ 'ਚ ਆਪਣਾ ਖੋਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ। ਅੱਛਾ, ਉਹਨਾਂ ਮੈਨੂੰ ਸਟੋਰੀ ਹੁਣ ਸਮਝ ਆ ਰਹੀ ਹੈ ਕਿ ਮੈਦਾ ਵਾਸ਼ ਕਰਤਾ ਉਹਨਾਂ ਨੇ, ਉਹ ਸਟੇਬਲ ਹੋ ਗਈ, ਠੀਕ ਹੋ ਗਈ ਹੈ। ਰਸਤੇ 'ਚ ਤੂੰ ਉਹਦੇ ਨਾਲ ਬੋਲਿਆ ਕਿ ਤੂੰ ਗੋਲੀਆਂ ਕਿਉਂ ਖਾ ਲਈਆਂ? ਉਦੋਂ ਗੁੱਸੇ 'ਚ ਆ ਕੇ ਉਹਨੇ ਕਤਲ ਕੀਤਾ ਹੀ? ਸਰ ਜਦੋਂ ਇੱਥੋਂ ਮੈਂ ਲੈ ਕੇ ਗਿਆ ਵਾਂ, ਉਦੋਂ ਹੀ ਉਹ ਆਪਣਾ ਹੋਸ਼ ਖੋ ਬੈਠੀ ਸੀ। ਇਹਨਾਂ ਜਦੋਂ ਰੈਫਰ ਕੀਤਾ ਹੈ ਨਾ ਡਾਕਟਰ ਤੋਂ
ਉਦੋਂ ਹੋਸ਼ ਆਹਿਸਤਾ ਆਹਿਸਤਾ ਖੋਣੇ ਸ਼ੁਰੂ ਕਰ ਦਿੱਤੇ। ਮੈਦਾ ਵਾਸ਼ ਹੋ ਗਿਆ ਤੇ ਬਿਹਤਰ ਹੋ ਗਈ ਨਾ ਤਬੀਅਤ? ਨਹੀਂ ਬਿਹਤਰ ਹੋਏ। ਮੈਦਾ ਵਾਸ਼ ਹੋ ਗਿਆ ਲੇਕਿਨ ਬਿਹਤਰ ਨਹੀਂ ਹੋਈ ਹੈ, ਮਜ਼ੀਦ ਬਿਗੜੀ ਹੈ ਤਬੀਅਤ। ਫਿਰ ਕੀ ਕੀਤਾ? ਫਿਰ ਘਰ ਵਾਪਸ ਲੈ ਗਏ ਸਰ। ਲਾਸ਼ ਲੈ ਗਏ? ਜੀ ਲੈ ਗਏ, ਲਾਸ਼ ਘਰ ਲੈ ਗਏ। ਠੀਕ। ਕੀ ਦੱਸਿਆ ਘਰ ਜਾ ਕੇ? ਘਰ ਜਾ ਕੇ ਦੱਸਿਆ ਸਰ ਕਿ ਫੌਤ ਹੋ ਗਈ ਹੈ। ਕਿੰਜ ਫੌਤ ਹੋ? ਗੋਲੀਆਂ ਖਾਧੀਆਂ ਨੇ। ਉਹਨਾਂ ਨੇ ਪੁੱਛਿਆ ਕਿਉਂ ਖਾਧੀ? ਜੀ ਪੁੱਛਿਆ ਉਹਨਾਂ ਨੇ। ਕੀ ਕਿਹਾ? ਇਹੀ ਕਿਹਾ ਕਿ ਜੀ ਇਸ ਵਜ੍ਹਾ ਤੋਂ ਕਿ ਮੈਂ ਆਪਣੇ ਸਸੁਰਾਲ ਗਿਆ ਵਾਂ। ਕਿੱਥੇ ਲੈ ਗਏ ਆ ਡੈਡ ਬੋਡੀ? ਆਪਣੇ ਘਰ ਲੈ ਕੇ ਗਏ। ਉਹਨਾਂ ਦੇ ਘਰ ਵਾਲਿਆਂ ਨੂੰ ਦੱਸੇ? ਜੀ ਦੱਸਿਆ। ਕਦੋਂ? ਸਰ ਇੱਥੋਂ ਜਦੋਂ ਵਾਪਸ ਲੈ ਕੇ ਜਾ ਰਹੇ ਹਾਂ। ਕਿੱਥੋਂ? ਹਸਪੀਟਲ ਚੋਂ। ਕਿਹੜੇ ਹਸਪੀਟਲ? ਫਿਰੋਜ਼ ਵਾਲਾ ਹਸਪੀਟਲ ਚੋਂ। ਅੱਛਾ, ਕੀ ਕਿਹਾ? ਮੈਂ ਉਹਨਾਂ ਨੂੰ ਕਾਲ ਕੀਤੀ ਐ ਇਸ ਤਰ੍ਹਾਂ ਵਕੂਆ ਹੋਇਆ ਜੀ, ਗੋਲੀਆਂ ਖਾਧੀਆਂ ਨੇ ਬੇਗਮ ਮੇਰੀ ਨੇ ਤੇ ਉਹ ਫੌਤ ਹੋ ਗਈ ਜੀ। ਉਹਨਾਂ ਨੇ ਕਿਹਾ ਠੀਕ ਹੈ ਅਸੀਂ ਸਵੇਰ ਪਹੁੰਚਾਂਗੇ। ਅੱਛਾ, ਮਤਲਬ ਆਰਾਮ ਨਾਲ ਹੀ ਕਿਹਾ ਉਹਨਾਂ ਨੇ ਠੀਕ ਹੈ ਅਸੀਂ ਸਵੇਰ ਪਹੁੰਚਾਂਗੇ। ਕੀ ਮਤਲਬ ਹੈ ਦਾ? ਜ਼ਾਲਮ ਆਦਮੀ ਕੀ ਕਰੀ ਜਾ ਰਹੇ ਆ? ਕਿਹੜੀ ਕਿਹੜੀ ਸਟੋਰੀਆਂ ਸੁਣਾਈ ਜਾ ਰਹੇ ਆ ਸਾਨੂੰ? ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਸਾਡੀ ਧੀ ਮਾਰਤੀ ਹੈ, ਤੇਰੀ ਐਸੀ ਦੀ ਤੈਸੀ, ਤੈਨੂੰ ਇੰਜ ਕਰ ਦਾਂਗੇ ਉਂਝ ਕਰ ਦਾਂਗੇ, ਇਹੋ ਜੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ? ਸਰ ਉਸ ਵਕਤ ਇਹ ਗੱਲ ਨਹੀਂ ਹੋਈ। ਕਿਹਨੂੰ ਫੋਨ ਕੀਤਾ? ਮੈਂ ਆਪਣੀ ਸਾਲੀ ਨੂੰ ਫੋਨ ਕੀਤਾ, ਨਿਦਾ ਨੂੰ। ਠੀਕ ਹੈ। ਉਸ ਤੋਂ ਬਾਅਦ ਉਹਦੇ ਹਸਬੈਂਡ ਨੇ ਮੈਨੂੰ ਕਾਲ ਕੀਤੀ, ਉਹਨੇ ਪੁੱਛਿਆ। ਇਹ ਉਹੀ ਅਲੀ ਸਾਲੀ ਹੈ ਜਿਹਦੇ ਭਨਵਈਏ ਦੀ ਲੜਾਈ ਹੋ ਰਹੀ ਸੀ? ਜਿਨ੍ਹਾਂ ਦੀ ਲੜਾਈ ਹੋਈ ਸੀ ਪਹਿਲੇ। ਠੀਕ ਹੈ। ਉਸ ਤੋਂ ਇੱਕ ਦਿਨ ਪਹਿਲੇ ਲੜਾਈ ਹੋ ਰਹੀ ਸੀ ਜੀ, 2 ਦਿਨ ਪਹਿਲੇ ਲੜਾਈ ਹੋਈ ਹੈ ਇਹਨਾਂ ਦੀ। ਠੀਕ ਹੈ। ਉਸ ਤੋਂ ਬਾਅਦ ਉਹने निदा ने क्या कोई बात नहीं हम सुबह जनाजे में आएंगे? सर इस तरह नहीं कहा उसने। क्या कहा? उसने कहा ठीक है मैं अपने घर वालों को बताती हूँ फिर कॉल करते हैं हम। अच्छा। फिर दोबारा क्या बताती है? कि बुशरा की डेथ हो गई है। अच्छा। फिर सर उन्होंने दोबारा कॉल की है कि असी आ रहे हैं। फिर वो आए ने उन्होंने सर लड़ाई छड़ाई की है साढ़े नाल। की लड़ाई की? मेरियां आपियां बैठियां सन उत्थे मैयत ते उन्होंने मारिया कुटिया उन्होंने और मैयत लैके चले गए ने। ठीक है। कित्थे लै गए? अपने पिंड लै गए। पुलिस नूं नहीं बुलाया? पुलिस नूं बुलाया सर। अच्छा। फिर पुलिस नूं बुलाने तो बाद इत्थे पोस्टमार्टम वास्ते इत्थे पोस्टमार्टम होया। उस तो बाद अपने पिंड लैके गए ने। ठीक है। गिरफ्तार नहीं होया तू? सर वो पोस्टमार्टम तो बाद FIR हुई है ना। FIR दर्ज हो गई? जी FIR दर्ज हो गई। ਇਹ ਆਖਰੀ ਮਹੀਨਾ ਸੀ, ਦਸੰਬਰ ਸੀ, ਕੀ ਸੀ, ਨਵੰਬਰ ਸੀ? ਇੰਨਾ ਵੀ ਨਹੀਂ ਯਾਦ? ਕਤਲ ਕਦੋਂ ਕੀਤਾ? सर नवंबर से शायद। ਨਵੰਬਰ ਸੀ? हाँ जी नवंबर ही सी तकरीबन। ਅੱਛਾ, ਸਰਦੀਆਂ ਸੀ ਗਰਮੀਆਂ ਸੀ? गर्मियाँ से सर हजे सर्दी स्टार्ट हो रही सी। ਅੱਗੇ? फिर उस तो बाद सर वो मैयत लैके ते इत्थे हॉस्पिटल आ गए ने और हॉस्पिटल फिर पोस्टमार्टम होने तो बाद FIR हो गई है। उस तो बाद इन्वेस्टिगेशन शुरू हो गई है। पुलिस वाले हॉस्पिटल जो पूछा है। ਉਹ ਤੈਨੂੰ ਕੋਈ ਦੁੱਖ ਨਹੀਂ ਹੈ? ਤੇਰੀ ਬੀਵੀ ਨੇ ਜਿਹਦੇ ਨਾਲ ਤੂੰ ਪਿਆਰ ਦਾ ਡਰਾਮਾ ਕੀਤਾ, ਉਹ ਫਿਰ ਤੇਰੇ ਨਾਲ ਉਹਨੇ ਜ਼ਬਰਦਸਤੀ ਸ਼ਾਦੀ ਕਰਨ ਦੀ ਜੋ ਵੀ ਤੇਰੇ ਮੁਤਾਬਕ ਹੱਥਕੰਡੇ ਕੀਤੇ, ਆਪਣੇ ਘਰ ਵਾਲਿਆਂ ਨੂੰ ਬੁਲਾਇਆ, ਤੇਰੇ ਮੁਤਾਬਕ ਤੇਜ਼ਾਬ ਪੀ ਲਿਆ, ਤੂੰ ਉਹਦੇ ਨਾਲ ਸ਼ਾਦੀ ਕਰ ਲਈ, ਉਹਦੀ ਜ਼ਿੰਦਗੀ ਬਰਬਾਦ ਕਰਤੀ, ਜ਼ਰਾ ਤਕਲੀਫ 'ਚ ਪਰੇਸ਼ਾਨੀ ਦੇ ਵਿੱਚ ਨਹੀਂ ਹੈ ਤੂੰ ਹਜੇ ਤੱਕ। ਅਗਰ ਉਹਨੇ ਖੁਦਕੁਸ਼ੀ ਵੀ ਕਰ ਲਈ ਹੈ ਤੇ ਉੱਥੇ ਤੇਰੀ ਜ਼ਿੰਦਗੀ 'ਚੋਂ ਚਲੀ ਗਈ ਹੈ, ਫਿਰ ਕਿਉਂ ਤੂੰ ਇੰਨਾ ਕੌਨਫੀਡੈਂਟ ਹੈ? ਤੂੰ ਕਹਿੰਦਾ ਕਿ ਮੈਂ ਕੁਝ ਕੀਤਾ ਹੀ ਨਹੀਂ, ਇਸ ਕਰਕੇ ਕੌਨਫੀਡੈਂਟ ਹੈ। ਤੈਨੂੰ ਤਕਲੀਫ ਨਹੀਂ ਹੋਈ ਉਹਦੀ ਮਰਨ ਤੇ? ਜ਼ਾਲਮ ਆਦਮੀ। सर तकलीफ हुई है तो मैं इन्नी परेशानी लैके इन्ना ज़्यादा बीमार होया वा ना। ਕੀ ਬਿਮਾਰੀ ਆ ਗਈ ਤੈਨੂੰ? सर मैं BP ਦਾ ਮਰੀਜ਼ ਹੋ ਗਿਆ ਵਾਂ। ਠੀਕ ਹੈ। BP ਔਰ ਸ਼ੂਗਰ ਹਾਰਟ ਬੀਟ ਦਾ ਮਰੀਜ਼ ਹੈ। ਠੀਕ ਹੈ। ਤੈਨੂੰ ਪਤਾ ਹੈ ਇੱਥੇ ਮੁਆਸ਼ਰੇ 'ਚ ਰਹਿਣ ਵਾਲੇ ਕਿੰਨੇ % ਲੋਕ BP ਦੇ ਮਰੀਜ਼ ਨੇ? ਸਰ ਟੈਨਸ਼ਨ ਸਭ ਤੋਂ ਵੱਡੀ ਵਜ੍ਹਾ ਹੈ ਸ਼ੂਗਰ ਔਰ BP ਦੀ। ਠੀਕ ਹੈ। ਔਰ ਅਗਰ ਟੈਨਸ਼ਨ ਲਈ ਹੈ ਤਾਂ ਮੈਂ ਇਸ ਤਰ੍ਹਾਂ ਹੋਇਆ ਵਾਂ। ਟੈਨਸ਼ਨ ਕਤਲ ਕਰਕੇ ਕਾਤਲ ਟੈਨਸ਼ਨ ਨਹੀਂ ਲੈਂਦਾ ਹੈ? ਲੈਂਦਾ ਸਰ। ਤੇ ਫਿਰ ਤੂੰ ਟੈਨਸ਼ਨ ਲਿੱਤੀ? ਹਾਂਜੀ ਜ਼ਾਹਿਰੀ ਗੱਲ ਹੈ ਸਰ, ਬੀਵੀ ਫੌਤ ਹੋਈ ਹੈ ਤਾਂ ਫਿਰ ਟੈਨਸ਼ਨ ਤਾਂ ਲੈਣੀ ਹੈ ਨਾ, ਜ਼ਾਹਿਰੀ ਗੱਲ। ਕਤਲ ਦੀ ਟੈਨਸ਼ਨ ਲਿੱਤੀ, ਫੌਤਗੀ ਦੀ ਲਿੱਤੀ? ਸਰ ਆਪਣੀ ਬੀਵੀ ਦੀ ਡੈਥ ਦੀ। ਜੀ। ਤੂੰ ਤਾਂ ਕਹਿ ਰਿਹਾ ਉਹਨਾਂ ਦੇ ਘਰ ਵਾਲੇ ਨੇ ਮਾਰਿਆ, ਜ਼ੁਲਮ ਕੀਤਾ, ਲੈ ਗਏ ਲਾਸ਼। ਉਹਨਾਂ ਨੇ ਗਲਤ ਕੀਤਾ ਜੋ ਵੀ। ਅਗਰ ਇਹਦੀ ਜਗ੍ਹਾ ਤੇਰੀ ਭੈਣ ਹੁੰਦੀ ਜਿੱਥੇ ਤੇਰੀ ਬੀਵੀ ਹੈ, ਤੂੰ ਕੀ ਕਰਨਾ ਸੀ? ਔਰ ਫੋਨ ਕੀਤਾ ਹੁੰਦਾ ਉਹਨੇ ਰਾਤ ਨੂੰ, ਮੈਸੇਜ ਕੀਤਾ ਹੁੰਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਇਸ ਬੰਦੇ ਤੋਂ, ਤੇ ਤੂੰ ਕੀ ਕਰਨਾ ਸੀ? ਉਹ ਸਵਾਲ ਹੈਗਾ ਮੇਰਾ। ਜ਼ਾਹਿਰੀ ਗੱਲ ਹੈ ਸਰ, ਜੋ ਕਰ ਰਹੇ ਨੇ ਫਿਰ ਮੈਂ ਵੀ ਇਹੀ ਕਰਦਾ। ਇਹਦੇ ਤੋਂ ਹੋ ਸਕਦਾ ਅੱਗੇ ਵੀ ਜਾ ਕੇ ਕੁਝ ਕਰ ਲੈਂਦਾ। ਜ਼ਾਹਿਰੀ ਗੱਲ ਹੈ ਉਹਨਾਂ ਦੀ ਨਜ਼ਰ ਵਿੱਚ ਤੇ ਮੈਂ ਹੀ ਕਾਤਲ ਹਾਂ ਨਾ ਸਰ।
ਅੱਛੀ ਗੱਲ ਕੀਤੀ, ਕਿਤੇ ਤੇ ਆ ਕੇ ਤੂੰ ਮੰਨਿਆ, ਪੂਰੇ ਡਰਾਮੇਬਾਜ਼ੀ ਸੁਣੀ ਹੈ। ਹੁਣ ਇਹ ਦੱਸ ਕਿ ਇਹ ਸਾਰੇ ਮਾਮਲੇ ਨੂੰ, ਇਹ ਜੋ ਕਹਾਣੀਆਂ ਸੁਣਾਈਆਂ, ਇਹ ਸਾਰੇ ਮਾਮਲੇ ਨੂੰ, ਇਹਦੇ ਵਿੱਚੋਂ ਕੀ ਨਿਕਲੇਗਾ, ਕੀ ਕੱਢਣਾ ਚਾਹੁੰਦਾ? ਸਜ਼ਾ ਹੋਣੀ ਚਾਹੀਦੀ ਹੈ ਤੈਨੂੰ ਕਿ ਨਹੀਂ ਹੋਣੀ ਚਾਹੀਦੀ? ਸਰ ਇਹ ਤੇ ਕਾਨੂੰਨ ਨੂੰ ਹੀ ਪਤਾ ਹੈ ਨਾ, ਸਾਰੀ ਗੱਲ ਹੈ। ਹੁਣ ਮੈਂ ਕੀ ਕਹਿ ਸਕਦਾ ਸਰ? ਤੈਨੂੰ ਨਹੀਂ ਪਤਾ? ਤੇਰੇ ਕੋਲ ਕੋਈ ਗਲਤੀ ਹੋਈ ਹੈ? ਸਰ ਮੇਰੇ ਕੋਲ ਇਹੀ ਗਲਤੀ ਹੋਈ ਹੈ ਕਿ ਮੈਂ 2 ਸ਼ਾਦੀਆਂ ਘਰ ਬੈਠਾ। ਬਸ? ਜੀ ਸਰ, ਮੈਂ ਕਤਲ ਨਹੀਂ ਕੀਤਾ ਸਰ। ਫਿਰ ਕੀ ਕੀਤਾ? ਸਰ ਮੈਂ ਕੁਛ ਨਹੀਂ ਕੀਤਾ, ਮੈਂ ਕਤਲ ਨਹੀਂ ਕੀਤਾ ਹੈ। ਅੱਛਾ, ਤੇ ਉਹ ਮੈਡੀਕਲ ਰਿਪੋਰਟ ਝੂਠੀ? ਹੁਣ ਕਿਉਂ ਪੁਲਿਸ ਨੇ ਗ੍ਰਿਫਤਾਰ ਕੀਤਾ? ਸਵਾਲ ਨਹੀਂ ਕੀਤਾ ਐਸੇ ਮਾਸੂਮਾਨਾ ਅੰਦਾਜ਼ ਦੇ ਵਿੱਚ ਕਿ ਮੈਨੂੰ ਕਿਉਂ ਫੜ ਰਹੇ ਹੋ? ਪੁੱਛਿਆ ਨਹੀਂ ਉਹਨਾਂ ਕੋਲੋਂ? ਜਦੋਂ ਤੈਨੂੰ ਹੱਥ ਕੜੀਆਂ ਪਵਾਈਆਂ ਕਦੋਂ ਫੜਿਆ ਗਿਆ? ਅੱਜ ਸਰ ਸੈਕਿੰਡ ਟਾਈਮ। ਹੈ ਐਸਪੀ ਇਨਵੈਸਟੀਗੇਸ਼ਨ ਤੇ ਸਰ ਅੱਜ ਮੇਰੀ ਤਫਤੀਸ਼ ਸੀ, ਉੱਥੇ ਘੱਟ ਸੀ। ਅੱਜ ਫੜਿਆ ਗਿਆ? ਹਾਂਜੀ ਅੱਜ। ਅੱਛਾ, ਕੀ ਹੋਇਆ ਐਸਪੀ ਇਨਵੈਸਟੀਗੇਸ਼ਨ ਨਾਲ? ਕੀ ਗੱਲ ਹੋਈ? ਉਹ ਸਾਰੀ ਗੁਫ਼ਤਗੂ ਸੁਣਾ। ਸਰ ਮੈਂ ਅੰਦਰ ਨਹੀਂ ਸੀ ਗਿਆ ਹੈ, ਸਿਰਫ ਸਾਡੇ ਤਫਤੀਸ਼ੀ ਅੰਦਰ ਗਏ ਸਨ। ਬਾਹਰ ਆਏ, ਉਹਨਾਂ ਕਿਹਾ ਜੀ ਗ੍ਰਿਫਤਾਰੀ ਕਰਨੀ ਤੁਹਾਡੀ। ਮੈਂ ਕਿਹਾ ਸਰ ਠੀਕ ਹੈ। ਪੁੱਛਿਆ ਨਹੀਂ ਕਿਉਂ ਗ੍ਰਿਫਤਾਰੀ ਕਰਨੀ? ਸਰ ਪੁੱਛਿਆ, ਉਹਨਾਂ ਕਿਹਾ ਜੀ ਮੈਡੀਕਲ ਤੁਹਾਡੇ ਖਿਲਾਫ ਹੈ। ਕੀ ਪੁੱਛਿਆ? ਕੀ ਮੈਡੀਕਲ ਖਿਲਾਫ? ਉਹਨਾਂ ਕਿਹਾ ਜੀ ਉਹ ਗਲਾ ਜਿਹੜਾ ਨਾ ਉਹਦੇ ਤੇ ਦਬਾਉਣ ਦਾ ਜ਼ੋਰ ਆਇਆ, ਗਲੇ ਤੇ ਜ਼ੋਰ ਆਇਆ, ਇਸ ਤਰ੍ਹਾਂ ਮਤਲਬ ਤੇ ਗ੍ਰਿਫਤਾਰੀ ਪਏਗੀ। ਜਜ਼ਬਾਤੀ ਹੋ ਕੇ ਗੁੱਸੇ 'ਚ ਗਲੇ ਤੋਂ ਤੇ ਨਹੀਂ ਚੁੱਕਿਆ ਸੀ ਤੂੰ ਉਹਨੂੰ? ਹੋ ਸਕਦਾ ਦੁਬਾਇਆ ਨਾ ਹੋਵੇ, ਚੁੱਕਿਆ ਹੋਵੇ। ਨਹੀਂ ਸਰ, ਮੈਂ ਨਹੀਂ, ਗਲੇ ਤੋਂ ਨਹੀਂ ਚੁੱਕਿਆ ਹੈ। ਠੀਕ ਹੈ, ਇਸ ਤਰ੍ਹਾਂ ਮੈਂ ਚੁੱਕ ਕੇ ਮੋਟਰਸਾਈਕਲ ਤੇ ਬਿਠਾਇਆ। ਠੀਕ ਹੈ, ਕਿ ਲਟਕੀ ਹੋਈ ਸੀ, ਮੈਂ ਲੈ ਕੇ ਆਇਆ ਜਿਸ ਤਰ੍ਹਾਂ ਹਸਪੀਟਲ। ਠੀਕ ਹੈ, ਲੇਕਿਨ ਮੈਂ ਗਲਾ ਨਹੀਂ ਦਬਾਇਆ ਸਰ। ਠੀਕ ਹੈ, ਘਰ ਵਾਲੇ ਨੂੰ ਪਤਾ ਹੈ ਤੂੰ ਗ੍ਰਿਫਤਾਰ ਹੋ ਗਿਆ? ਜੀ ਪਤਾ ਹੈ। ਕੀ ਕਹਿੰਦੇ? ਸਰ ਫਿਲਹਾਲ ਕੋਈ ਪਿੱਛੇ ਹੀ ਨਹੀਂ ਆਇਆ। ਕਿਉਂ ਨਹੀਂ ਆਏ? ਸਰ ਪਤਾ ਨਹੀਂ। ਨਹੀਂ, ਤੂੰ ਉਹਨਾਂ ਦੇ ਨਾਲ ਨਹੀਂ ਰਹਿੰਦਾ ਰਿਹਾ? ਬੀਵੀ ਨੂੰ ਫੌਤ ਹੋਏ ਕਿੰਨੀ ਦੇਰ ਹੋ ਗਈ? 7-8 ਮਹੀਨੇ? ਜੀ 5। ਕਿੱਥੇ ਰਹਿੰਦਾ ਰਿਹਾ? ਸਰ ਉੱਥੇ ਹੀ ਘਰ ਹੀ ਰਹਿੰਦਾ ਰਿਹਾ। ਕੀ ਗੱਲਾਂ ਕਰਦੇ ਸੀ? ਸਰ ਮੇਰੇ ਨਾਲ ਉਹ ਕੋਈ ਵੀ ਨਹੀਂ ਗੱਲਾਂ, ਉਹ ਆਪੋ ਆਪਣੀ ਫੈਮਲੀਆਂ ਵਾਲੇ ਨੇ ਸਰ। ਉਹ FIR 'ਚੋਂ ਸਿਰਫ ਤੂੰ ਹੀ ਨਾਮਜ਼ਦ ਸੀ? ਨਹੀਂ, ਮੇਰੇ ਭਾਈ ਤੇ ਵੀ ਸੀ, ਪਹਿਲੀ ਬੇਗਮ ਤੇ ਵੀ ਸੀ। ਫਿਰ ਸਰ ਉਹ ਤਫਤੀਸ਼ੀ ਸਾਹਿਬ ਨੇ ਮਤਲਬ ਇਨਵੈਸਟੀਗੇਸ਼ਨ ਕੀਤੀ। ਉਹਨਾਂ ਕਿਹਾ ਸਿਰਫ ਇਸੇ ਮੁੰਡੇ ਨੂੰ ਗ੍ਰਿਫਤਾਰ ਕਰਨਾ। ਉਹ ਬੇਗੁਨਾਹ ਹੋ ਗਏ? ਜੀ ਸਹੀ ਹੈ। ਤੇ ਪਹਿਲੀ ਬੇਗਮ ਤੇ FIR ਕਰਾ ਕੇ ਫਖਰ ਮਹਿਸੂਸ ਹੋਇਆ? ਨਹੀਂ ਸਰ। ਭਰਾ ਤੇ ਕਰਾਈ, ਉਹਦਾ ਕੋਈ ਇਨਵੋਲਵਮੈਂਟ ਸੀ ਵਿੱਚ? ਨਹੀਂ ਸਰ, ਉਹ ਅਲੱਗ ਰਹਿੰਦੇ ਨੇ, ਉਹ ਆਪਣੇ ਘਰ ਰਹਿੰਦੇ ਨੇ, ਅਲੱਗਾ ਸਰ। ਉਹਨਾਂ ਦਾ ਕੋਈ ਇਨਵੋਲਵਮੈਂਟ ਨਹੀਂ। ਉਹਨਾਂ ਕਦੀ ਨਹੀਂ ਮਤਲਬ ਗੱਲ ਹੀ ਨਹੀਂ ਸੀ ਕੀਤੀ ਹੈ ਕਦੀ ਵੀ ਕੋਈ ਕਿਸ ਕਿਸਮ ਦੀ ਵਿੱਚ। ਤੇ ਹੁਣ ਸਟੂਡੈਂਟ ਸਾਹਿਬ ਸਟੱਡੀ ਕਰਕੇ ਮਜ਼ੀਦ ਕੀ ਕਰਨਾ ਹੈ? ਡਾਕਟਰ ਬਣਨਾ ਹੈ? ਸਰ ਫਿਲਹਾਲ ਤੇ ਮੈਂ ਗ੍ਰਿਫਤਾਰੀ 'ਚ ਹਾਂ, ਜ਼ਾਹਿਰੀ ਗੱਲ ਹੈ। ਹੁਣ ਕੀ ਪੜ੍ਹ ਸਕਦਾ? ਨਹੀਂ, ਤੇ ਤੁਸੀਂ ਤੇ ਕਹਿ ਰਹੇ ਹੋ ਮੁਤਮਈਨ ਹੋ ਕੇ ਕਿ ਬੇਗੁਨਾਹ ਹੈ ਮੈਂ, ਤੇ ਬੇਗੁਨਾਹ ਨੂੰ ਤੇ ਸਜ਼ਾ ਨਹੀਂ ਹੁੰਦੀ ਨਾ। ਉਹ ਤੇ ਤੁਸੀਂ ਕਹਿ ਰਹੇ ਹੋ ਤੁਸੀਂ ਕਿ ਕੋਈ ਇਹੋ ਜਿਹਾ ਮਾਮਲਾ ਨਹੀਂ ਹੈ, ਮੈਂ ਮੁਤਮਈਨ ਹੈ, ਤੇ ਫਿਰ ਜ਼ਾਹਿਰੀ ਜੀ ਗੱਲ ਹੈ ਕੱਲ ਪਰਸੋਂ ਇਹ ਖੁੱਲ ਜਾਏਗੀ ਹੱਥਕੜੀ। ਸਰ ਮੈਂ ਇਹ ਤਾਂ ਨਹੀਂ ਕਿਹਾ ਮੈਂ ਮੁਤਮਈਨ ਹੈ ਸਰ, ਮੈਂ ਇਹ ਕਿਹਾ ਕਿ ਮੈਂ ਕੁਛ ਨਹੀਂ ਕੀਤਾ ਹੈ। ਨਹੀਂ, ਮੈਂ ਪੁੱਛਿਆ ਨਾ ਕਿ ਮੁਤਮਈਨ ਕਿਉਂ ਆ? ਉਹਨਾਂ ਨੇ ਕਿਹਾ ਜਦੋਂ ਮੁਤਮਈਨ ਉਦੋਂ ਇਨਸਾਨ ਹੁੰਦਾ ਹੈ ਜਦੋਂ ਉਹਨੇ ਕੁਝ ਕੀਤਾ ਹੀ ਨਾ ਹੋਵੇ। ਇਹੀ ਜਵਾਬ ਸੀ ਨਾ, ਤੇ ਉਹੀ ਗੱਲ ਕਰ ਰਹੇ ਹਾਂ। ਬਿਲਕੁਲ ਸਰ। ਤੇ ਕੁਛ ਨਹੀਂ ਕੀਤਾ? ਨਹੀਂ ਸਰ, ਮੈਂ ਨਹੀਂ ਕੀਤਾ। ਤੇ ਫਿਰ ਅੱਗੇ ਫਿਊਚਰ ਦੇ ਬਾਰੇ 'ਚ ਦੱਸੋ ਕਿ ਕੀ ਕਰਨਾ ਹੈ ਫਿਰ ਅੱਗੇ ਨਿਕਲ ਕੇ? ਸਰ ਸਟੱਡੀ ਕੰਟੀਨਿਊ ਕਰਨੀ ਹੈ ਆਪਣੀ। ਸਟੱਡੀ ਕਰਨੀ? ਜੀ। MBA? ਨਹੀਂ ਸਰ, ਮੇਰਾ ਕੋਰਸ ਹੈ ਇਹੀ, ਡਿਪਲੋਮਾ ਕਰਨਾ। ਅੱਛਾ, ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਸਰ ਆਪਣਾ ਜੋਬ ਜਾਂ ਮੈਡੀਕਲ ਸਟੋਰ ਬਣਾਉਣਾ ਸੀ। ਮੈਡੀਕਲ ਸਟੋਰ ਬਣਾਏਗਾ? ਜੀ। ਤੇ ਬੁਸ਼ਰਾ ਨੂੰ ਭੁੱਲ ਜਾਏਗਾ? ਸਰ ਉਹ ਤਾਂ ਜ਼ਾਹਿਰੀ ਗੱਲ ਹੈ, ਜ਼ਿੰਦਗੀ ਦਾ ਹਿੱਸਾ ਹੈ, ਮੈਂ ਕਦੀ ਵੀ ਨਹੀਂ ਭੁੱਲ ਸਕਦਾ ਉਹਨੂੰ। ਓਏ ਤੂੰ ਬੇਸ਼ਰਮ ਆਦਮੀ, ਉਹਨੇ ਖੁਦਕੁਸ਼ੀ ਕੀਤੀ ਜਾਂ ਜੋ ਵੀ ਹੋਇਆ, ਤੇ ਤੂੰ ਜਿਹੋ ਜਿਹੀ ਸਟੋਰੀ ਸੁਣਾ ਰਿਹਾ, ਤੇਰੀ ਗੱਲ ਮੰਨ ਲਈ ਹੈ, ਉਹਨੇ ਖੁਦਕੁਸ਼ੀ ਕਰ ਲਈ। ਤੂੰ ਆਪਣੇ ਸਸੁਰਾਲ ਜਾ ਕੇ ਉਹਨਾਂ ਨੂੰ ਯਕੀਨ ਨਹੀਂ ਦਿਵਾ ਸਕਿਆ ਕਿ ਮੈਂ ਨਹੀਂ ਕਿਹਾ, ਇਹ ਤੁਹਾਡੀ ਧੀ ਨੇ ਖੁਦਕੁਸ਼ੀ ਕੀਤੀ ਹੈ, ਤੁਹਾਨੂੰ ਪਤਾ ਹੈ ਜਜ਼ਬਾਤੀ ਹੈ, ਇਹ ਉਹ, ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਤੂੰ? ਸਰ ਮੇਰਾ ਮੋਬਾਈਲ ਪੁਲਿਸ ਜਮ੍ਹਾਂ ਹੋ ਗਿਆ ਸੀ ਥਾਣੇ ਦੇ ਵਿੱਚ। ਤੇ ਮੈਂ ਆਪਣੇ ਸਾਲੇ ਨਾਲ ਰਾਬਤਾ ਕੀਤਾ, ਮੈਂ ਉਹਨੂੰ ਕਿਹਾ ਕਿ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ, ਔਰ ਮੈਂ ਪੈਗਾਮ ਵੀ ਭੇਜੇ ਨੇ। ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਗੱਲ ਕਰਨਾ ਚਾਹੁੰਦੇ ਤੁਹਾਡੇ ਨਾਲ। ਉਹ ਪਹਿਲੇ ਵੀ ਨਹੀਂ ਸੀ ਸਰ, ਨਾ ਤੇ ਮੇਰੀ ਬੇਗਮ ਨਾਲ ਹੀ ਇੰਨਾ ਜ਼ਿਆਦਾ ਅੱਛੇ ਰਿਲੇਸ਼ਨ ਸਨ, ਨਾ ਮੇਰੇ ਨਾਲ ਹੀ। ਤੇ ਫਿਰ ਬਾਅਦ ਵਿੱਚ ਵੀ ਉਹਨਾਂ ਗੱਲ ਨਹੀਂ ਸੁਣੀ ਹੈ ਸਰ।
ਕੋਈ ਅਫਸੋਸ ਹੋਇਆ ਬੀਵੀ ਦੀ ਮੌਤ ਦਾ? ਜੀ ਸਰ। ਕਦੋਂ? ਸਰ ਜਦੋਂ ਡੈਥ ਹੋਈ ਹੈ ਉਦੋਂ। ਹੁਣ ਤੱਕ ਨਹੀਂ ਹੋ ਰਿਹਾ ਤੈਨੂੰ ਡਰਾਮੇਬਾਜ਼? ਸਰ ਹੋਇਆ ਹੈ, ਕਿਉਂ ਨਹੀਂ। ਕੀ ਅਫਸੋਸ ਹੋਇਆ? ਇਹੀ ਕਿ ਮੇਰੀ ਬੀਵੀ ਫੌਤ ਹੋ ਗਈ, ਕਿੰਜ ਫੌਤ ਹੋ ਗਈ? ਗੋਲੀਆਂ ਖਾ ਕੇ। ਤੇ ਤੂੰ ਨਹੀਂ ਕਤਲ ਕੀਤਾ? ਨਹੀਂ ਸਰ, ਮੈਂ ਗਲਾ ਦਬਾਇਆ ਨਹੀਂ? ਨਹੀਂ ਦਬਾਇਆ ਸਰ। ਪੁਲਿਸ ਦੀ ਝੂਠੀ ਰਿਪੋਰਟ ਹੈ? ਮੈਡੀਕਲ ਡਾਕਟਰਾਂ ਨੇ ਬਣਾਇਆ, ਪੁਲਿਸ ਨੇ ਤਾਂ ਬਣਾਇਆ ਹੀ ਨਹੀਂ। ਖੈਰ, ਉਹ ਡਾਕਟਰਾਂ ਦੀ ਝੂਠੀ ਰਿਪੋਰਟ ਹੈ? ਨਹੀਂ ਸਰ। ਹੈ ਨਹੀਂ ਸਰ। ਉਹਨਾਂ ਦੇ ਲਿੰਕਸ ਇਹੋ ਜਿਹੇ ਲੋਕਾਂ ਦੇ ਨਾਲ ਹੈਗੇ ਆ, ਬਿਊਰੋਕਰੇਟਸ ਦੇ ਨਾਲ ਹੈ, ਵੱਡੇ ਵੱਡੇ ਐਮਐਸ ਡਾਕਟਰਸ, ਵਜ਼ੀਰੇ ਆਲਾ, ਵਜ਼ੀਰੇ ਆਜ਼ਮ, ਉਹਨਾਂ ਦੀ ਰਸਾਈ ਉੱਥੇ ਤੱਕ ਮੁਮਕਿਨ ਹੈ ਜਿਨ੍ਹਾਂ ਨੇ ਰਿਪੋਰਟ ਤਬਦੀਲ ਕਰਾਤੀ, ਤੇਰੇ ਖਿਲਾਫ ਰਿਪੋਰਟ ਲੈ ਆਏ। ਇਹੋ ਜਿਹਾ ਵੀ ਕੋਈ ਗੱਲ ਦੱਸ ਦੇ। ਸਰ ਨਹੀਂ ਇਲਮ ਹੈ ਇਸ ਚੀਜ਼ ਦਾ। ਨਹੀਂ, ਤੇਰੀ ਸ਼ਾਦੀ ਹੋਈ ਸੀ ਉਸ ਘਰ 'ਚ? ਜੀ। ਇਹ ਪਤਾ ਹੋਏਗਾ ਕਿ ਸਾਲੇ ਦਾ ਕਿਹਦੇ ਨਾਲ ਤਲਕ ਹੈ, ਸੁਸਰ ਦਾ ਕਿਹਦੇ ਨਾਲ ਤਲਕ ਹੈ, ਉਹਨਾਂ ਦੇ ਰਿਸ਼ਤੇਦਾਰ ਕੌਣ ਕੌਣ ਹੈ, ਕੋਈ ਵਡੇਰੇ ਲੋਕ ਨੇ, ਕੀ ਮਾਮਲਾ ਹੈ, ਕੋਈ ਸਿਆਸੀ ਬੈਕਗ੍ਰਾਉਂਡ ਹੈ ਉਹਨਾਂ ਦੀ ਜਿਹਨਾਂ ਨੇ ਰਿਪੋਰਟ ਤਬਦੀਲ ਕਰਾਤੀ ਹੈ ਤੇਰੀ? ਨਹੀਂ ਸਰ, ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਰਿਪੋਰਟ ਤਬਦੀਲ ਕਰਵਾਈ ਹੈ। ਅੱਛਾ, ਮੈਂ ਤੂੰ ਕਤਲ ਹੀ ਨਹੀਂ ਮੰਨ ਰਿਹਾ ਨਾ, ਤੇ ਰਿਪੋਰਟ ਤੇ ਆਈ ਹੈ, ਹੁਣ ਝੂਠੀ ਵੀ ਨਹੀਂ ਕਹਿ ਰਿਹਾ ਉਹਨੂੰ, ਤੇ ਸੱਚੀ ਹੈ, ਤੇ ਫਿਰ ਕਤਲ ਕਿਉਂ ਕੀਤਾ ਹੀ? ਸਰ ਮੈਂ ਨਹੀਂ ਕੀਤਾ ਕਤਲ। ਤੇ ਫਿਰ ਕੀ ਹੋਇਆ? ਇਹ ਕੀ ਹੋਇਆ? ਸਰ ਉਹਨੇ ਖੁਦਕਸ਼ੀ ਕੀਤੀ। ਤੇਰਾ ਦਿਮਾਗ ਕੀ ਕਹਿੰਦਾ ਜਿਹੜੀ ਰਿਪੋਰਟ ਤੇਰੇ ਖਿਲਾਫ ਕਿਉਂ ਆ ਗਈ? ਸਰ ਨਹੀਂ ਇਲਮ, ਮੈਨੂੰ ਨਹੀਂ ਇਲਮ ਹੈ। ਹੈਂ? ਸਰ ਮੈਨੂੰ ਨਹੀਂ ਇਲਮ ਹੈ। ਤੇ ਹੁਣ ਕੀ ਹੋਣਾ ਚਾਹੀਦਾ ਤੈਨੂੰ? ਸਰ ਇਹ ਤਾਂ ਕਾਨੂੰਨ ਨੂੰ ਹੀ ਪਤਾ ਹੈ, ਸਾਰੀ ਗੱਲ ਹੈ। ਤੈਨੂੰ ਕੋਈ ਨਹੀਂ ਪਤਾ? ਸਰ ਮੈਂ ਕੀ ਕਹਿ ਸਕਦਾ। ਅਗਰ ਉਹਨੇ ਖੁਦਕੁਸ਼ੀ ਵੀ ਕੀਤੀ ਹੈ ਤੇ ਤੇਰੀ ਵਜ੍ਹਾ ਤੋਂ, ਤੇਰੀ ਹਰਕਤਾਂ ਦੀ ਵਜ੍ਹਾ ਤੋਂ ਕੀਤੀ ਹੋਏਗੀ ਨਾ, ਅਗਰ ਕੀਤੀ ਹੈ ਤੇ ਤੂੰ ਦੱਸ ਰਿਹਾ, ਮੈਨੂੰ ਤੇ ਉਂਝ ਮੰਨਣ 'ਚ ਨਹੀਂ ਆਉਂਦਾ। ਐਵੇਂ ਤੇਰੇ ਮੋਬਾਈਲ ਨਾਲ ਗੇਮਾਂ ਖੇਡਦੀ ਰਹੀ ਹੈ ਤੇ ਆਪਣੇ ਘਰ ਵਾਲਿਆਂ ਨੂੰ ਮੈਸੇਜ ਕਰਦਾ ਮੁਝੇ ਇਸ ਸੇ ਖਤਰਾ ਹੈ, ਤੇ ਉਸੇ ਦਿਨ ਹੀ ਮਰ ਗਈ ਹੈ। ਕੀ ਕਹਾਣੀਆਂ ਸੁਣਾ ਰਹੇ? ਸਰ ਮੈਂ ਅਗਰ ਵੇਖੋ ਨਾ ਮੋਬਾਈਲ ਉਹਨੂੰ ਦੇ ਦਿੱਤਾ ਤੇ ਫਿਰ ਮੈਂ ਫਿਰ ਕਤਲ ਕਰ ਰਿਹਾ, ਤੇ ਮੈਂ ਐਡਾ ਹੀ ਪਾਗਲ ਹਾਂ ਕਿ ਮੈਨੂੰ ਕਹਿ ਰਿਹਾ ਲੈ ਮੇਰਾ ਮੋਬਾਈਲ ਵੀ ਯੂਜ਼ ਕਰ, ਖੁਦ ਸੋ ਗਿਆ। ਤੂੰ ਸ਼ਾਤਰ ਆਦਮੀ ਵੀ ਤੇ ਹੋ ਸਕਦਾ ਹੈ, ਸ਼ਾਤਰ ਕਾਤਲ ਹੈ। ਜਾਂ ਤੂੰ ਇੰਜ ਘੁੰਮ ਰਹੇ ਹੈ ਨੀਂਦ 'ਚ ਕਿ ਸੁੱਤਾ ਨਹੀਂ ਕਈ ਦਿਨ ਤੋਂ? ਸਰ ਮੈਂ ਕਿਹਾ ਮੇਰੀ ਤਬੀਅਤ ਨਹੀਂ ਠੀਕ ਰਹਿੰਦੀ। ਕੋਈ ਅਗਰ ਸ਼ਰਮਿੰਦਗੀ ਹੈ, ਕਿਸੇ ਵੀ ਚੀਜ਼ ਦੀ ਨਦਾਮਤ ਹੈ, ਕਿਸੇ ਨੂੰ ਮੈਸੇਜ ਦੇਣਾ ਚਾਹੁੰਦਾ ਹੈ, ਕੋਈ ਗੱਲ ਕਰਨਾ ਚਾਹੁੰਦਾ ਹੈ, ਅਗਰ ਕੋਈ ਜ਼ਿੰਦਗੀ 'ਚ ਕੁਝ ਸਿੱਖਿਆ ਹੀ, ਤੇ ਕੋਈ ਐਕਸਪੀਰੀਅੰਸ ਆਪਣਾ ਸ਼ੇਅਰ ਕਰ ਦੇ। ਸਰ ਮੈਂ ਇਹੀ ਕਹਿਣਾ ਚਾਹਾਂਗਾ ਕਿ 2 ਸ਼ਾਦੀਆਂ ਕਦੀ ਨਾ ਕਰਿਆ ਜੇ, ਬਸ। 2 ਨਹੀਂ ਕਰਨੀ ਚਾਹੀਦੀ? ਨਹੀਂ, 2 ਸ਼ਾਦੀਆਂ ਨਹੀਂ ਕਰਨੀ ਚਾਹੀਦੀ। ਇੱਕੋ ਹੀ ਸ਼ਾਦੀ ਕਰੋ? ਜੀ, ਇੱਕ ਸ਼ਾਦੀ ਕਰਨੀ। ਕਿਉਂ ਕੀਤੀ ਦੂਸਰੀ? ਬਸ ਸਰ ਮੈਂ ਮੁਹੱਬਤ ਵੀ ਸੀ, ਤੇ ਕੁਛ ਉਹਨਾਂ ਨੇ ਵੀ ਮੈਨੂੰ ਟੌਰਚਰ ਕੀਤਾ ਸੀ ਬਹੁਤ ਜ਼ਿਆਦਾ ਕਿ ਨਹੀਂ ਜੀ ਸ਼ਾਦੀ ਕਰੋ ਹੁਣ ਤੁਸੀਂ, ਤੇ ਮੈਨੂੰ ਕਰਨੀ ਪਈ। ਟੌਰਚਰ ਕੀਤਾ ਤੈਨੂੰ? ਜ਼ਾਹਿਰੀ ਗੱਲ ਹੈ ਨਾ ਸਰ, ਟੌਰਚਰ ਕਰਨ ਵਾਲੀ ਗੱਲ ਹੈ। ਜਦੋਂ ਉਹਨੇ ਤੇਜ਼ਾਬ ਪੀ ਲਿਆ ਔਰ ਉਸ ਤੋਂ ਬਾਅਦ ਉਹਦੇ ਘਰ ਵਾਲਿਆਂ ਕਿਹਾ ਕਿ ਜੀ ਅਗਰ ਲੜਕੀ ਮਰ ਗਈ ਅਸੀਂ ਪਰਚਾ ਕਰਵਾ देंगे, शादी क्यों नहीं करता, शादी कर ले आके। नाज़रीन, आपने मुलजिम की गुफ्तगू सुनी कि उसका कहना है कि उसकी बीवी ने खुदकुशी की है, ना कि उसने उसका कत्ल किया है, जबकि मेडिकल रिपोर्ट भी आ चुकी है। असल हक़ाइक़ क्या हैं वो पुलिस की ज़ुबानी जानते हैं। नाज़रीन, इस वक्त हमारे साथ मौजूद हैं SHO सदर मुरीद के लियाकत अली जट साहब। उन्हीं की ज़ुबानी जानते हैं कि इस केस में असल हक़ाइक़ हैं क्या। बहुत शुक्रिया जट साहब, आपने वक्त दिया। ये बताइएगा, ये जो एक मामला है जिसमें एक शौहर ने अपनी ही बीवी को कत्ल कर दिया, उस मुलजिम को बाकायदा तौर पर आपने गिरफ़्तार कर लिया है, लेकिन वो स्टोरी सुनाता है कि ये ख़ुदकुशी की वारदात है, ये ख़ुदकुशी की उसकी बीवी ने, और अब जब मेडिकल रिपोर्ट भी आ चुकी है और उसकी बाकायदा गिरफ्तारी हो चुकी है, आपको इतला किस तरह से मौसूल हुई? इस तफ्तीश का दायरा कार किस तरह से वसी किया गया? कैसे तफ्तीश होती रही? ये मुलज़म है मोहम्मद फैसल वल्द गुलाम रसूल कौम राजपूत। ये नंगल सादा का रहने वाला। इसने लव मैरिज की थी लड़की के साथ, और थोड़े अरसे बाद इसने वो इसके चाकी हो गई इन दोनों की आपस में। तो इसने उससे हमें इतला मिली कि इसने जहर देकर अपनी बीवी को कत्ल कर दिया है। सही। जो हम मौके पर पहुंचे, उन्होंने इसके वालिद ने दरख्वास्त दी, इस लड़की के वालिद ने, तो हमने मुकदमा नंबर 857/22 इसके ख़िलाफ़ दर्ज कर दिया और तफ्तीश शुरू कर दी। चूँकि जहर ख़्वानी का मामला था, तो हमने वो रिपोर्ट PFS को भिजवाए सैंपल। तो अभी उस वक्त तक हमने इसकी गिरफ़्तारी इल्तवा में रखी।
इंसाफ के तकादे पूरे करते हुए। कि ज़्यादती ना हो जाए किसी के साथ, कि अगर उसने नहीं किया, लड़की ने खुदकुशी की है तो ये गिरफ्तार ना हो, इल्तवा में रखती है पुलिस। इसकी गिरफ्तारी इल्तवा में रखी थी कि इसके साथ कोई ज़्यादती ना हो जाए, लेकिन अब इसके ख़िलाफ़ रिपोर्ट आ गई है कि ज़हर ख्वानी के साथ साथ इसने गला भी दबाया है। सही। तो ये PSFS की रिपोर्ट के बाद हमने इसे बाकायदा तौर पे गिरफ़्तार कर लिया है, ये मुलज़म डिक्लेयर हो गया है, तो इंशाल्लाह आइंदा इसको जेल भिजवाएंगे। सही है। लियाकत साहब, मुलजिम से जो गुफ्तगू हुई है या उसकी तबीयत उस तरह की है या वो शातिर है, इंतहाई शातिर है, वो कहता है मैं अभी तक स्टूडेंट हूँ, मैं कोई डिप्लोमा कर रहा हूँ, वो बाद में पूछा वो डिग्री नहीं है वो डिप्लोमा है, और जिस तरह से वो सारी बात को कहानी से और मतलब बड़े आराम से सुनाता रहा, ना उसे तकलीफ़ है। अगर उसकी बीवी ने खुदकुशी भी की है तो एक शौहर जिसने लव मैरिज की हो उसे तकलीफ़ तो होती है। उसी के इल्ज़ाम में वो गिरफ़्तार भी हो गया। अब उसके कत्ल का मुकदमा जो पहले से दर्ज था, अब उसमें उसकी गिरफ़्तारी बाकायदा तौर पर डाल दी गई है। आपकी मुलजिम से बात हुई है, क्या आप क्या कहते हैं कि मुलजिम जो बातें कर रहा है वो ठीक कर रहा है या वो गुमराह कर रहा है? ये झूठ बोल रहा है, क्योंकि अब इसके ख़िलाफ़ शहादत आ गई है। हमने 6 माह तक इंतज़ार किया है, इसको गिरफ़्तार नहीं किया बाकायदा तौर पे। अब इसके ख़िलाफ़ शहादत आ गई है गला दबाने की, तो अब ये मुलज़म है, जितना शातिर हो कानून की गिरफ्त से बच नहीं सकता। हाँ जी, इंशाल्लाह। इसने इसका ये भी कहना है कि ये जब इसकी बीवी ने खुदकुशी की, वो कहता है कि खुदकुशी की है, वैसे तो ये कत्ल है, अब डिक्लेयर भी हो चुका है। ये लाश को अपने घर ले आया और घर लाने के बाद जब उसके बच्ची के वो जो मकतूला थी उसकी फैमिली मेम्बर्स आए हैं और वो लाश ले गए और उन्हीं ने पुलिस को इतला दी है। इसने अपने ससुराल में भी उसकी फौतगी की इतला नहीं दी। ये सारी चीज़ें मशकूक नहीं कर रही? हालात तो मशकूक थे उस वक्त से ही, लेकिन जब तक रिपोर्टें नहीं आनी थी हमने इसको गिरफ़्तार नहीं किया। तो अब तो इसके ख़िलाफ़ सबूत आ गए हैं बाकायदा, तो अब ये मुलज़म डिक्लेयर हो गया है, ये अब ये जेल ही जाएगा इंशाल्लाह। वो ज़हर कुरानी वाली जो बात है, मतलब जैसे जहरीली गोलियां, वो कहता है गंदुम में रखने वाली गोलियां खा ली थी, लेकिन अब साथ गला दबाने का भी मामला आया है और मैदा भी वाश कर दिया गया था जब वो यहाँ हॉस्पिटल से उसकी मतलब उसे ज़िंदा सही सलामत मियाँ अस्पताल ले जा रहा था, तो वो कह रहा है रास्ते में डेथ हुई उसकी, उसका कोई प्रूफ भी नहीं है और साथ ये मेडिकल से ही वाबस्ता है। इसने सब कुछ प्लानिंग के तहत ही किया होगा। ये इसने प्लानिंग ही की है सारी ना, इसने प्लानिंग की है, और अगर कातिल फिर छुप नहीं सकता। अब इसके ख़िलाफ़ सबूत आ गए हैं, ये कातिल है इसका। सही है। अच्छा, मज़ीद इस केस को पुख्ता करने के लिए जज साहब आप मज़ीद तफ्तीश अब नए सिरे से इसका आगाज़ करेंगे और सारे शवाहिद को आप जमा करेंगे? मज़ीद शवाहिद लेंगे, लेकिन तफ्तीश तकरीबन ही मुकम्मल है इसके ख़िलाफ़, क्योंकि रिपोर्ट आ गई है, तो अब ये जटला नहीं सकते उसको, जुटला नहीं सकते। अच्छा, मुद्दई मुकदमा का इख्तियार होता है और अक्सर औक़ात लोग FIR में लोगों का नाम भी लिख देते हैं। मैंने उससे पूछा है, इस FIR में भी इसके भाई का भी जिक्र किया गया था, इसकी बीवी का भी जिक्र किया गया था, लेकिन वो बेगुनाह हो गए जिसे पुलिस ने हिरासत में नहीं लिया। उसकी मज़ीद हम तफ्तीश कर रहे हैं, अगर उसके ख़िलाफ़ सबूत ना आया तो फिर हम उसे गिरफ़्तार नहीं करेंगे। इस केस में जो बच्ची के लवाकिन हैं, वालिदैन हैं, उनसे भी आपकी मुलाकात हुई है, उनसे भी आपने पूछा है कि ये सब कुछ क्या था? मुलजिम का ख़ुद भी ये कहना है कि उसी रात, जिस रात को ये कहता है कि उसने खुदकुशी की है और वैसे तो इसने कत्ल किया है, उसी रात वो इसी के मोबाइल फ़ोन से उन्हें मैसेज भी करती रही है कि मेरी जान को ख़तरा है, ये मुझे मार देगा। वो चीज़ें भी सबूत के तौर पे आपको? वो भी हम इंशाल्लाह वो कब्ज़े में लेंगे, मोबाइल भी लेंगे, वो और जो सबूत आया इसके ख़िलाफ़ वो भी लेंगे। इनके वालिदैन के पहले भी बयान उन्होंने दिए हैं इसके ख़िलाफ़, मज़ीद हम कर लेंगे। अगर कोई शवाहिद मज़ीद आए तो वो भी हम इंशाल्लाह ज़रूर सफ़ा मिसल पे लाएँगे। अच्छा, ये जो रिपोर्ट आई है, जैसे मुलजिम अब तक बाज़िद है लियाकत साहब कि उसने कत्ल नहीं किया, ये खुदकुशी है, क्या गलत भी रिपोर्ट आ जाती है? कोई इसमें तब्दीली भी, इसे चैलेंज भी किया जा सकता है कहीं पे? ये टाल रिपोर्ट है, इसमें अब को चैलेंज क्या करना है इसे? ये दोनों मियाँ बीवी थे घर में, तो इसके सिवा और कोई नहीं हो सकता। ये फाइनल रिपोर्ट है, इसके तहत इसे सज़ा ज़रूर मिलेगी? ज़रूर सज़ा मिलेगी इंशाल्लाह। ये अहम सबूत समझते हैं आप, पुख्ता सबूत है ये बहुत बड़ा सबूत है इसके ख़िलाफ़, गला दबाना इसके ख़िलाफ़ बहुत बड़ा सबूत है। और फिंगरप्रिंट सब कुछ मैच है? जी वो सब मैच है।
इंशाल्लाह ये सज़ा से नहीं बच सकेगा। नाज़रीन, इस केस से हमें यही सबक मिलता है कि अपने वालिदैन के खिलाफ जाने वालों का अक्सर औकात अंजाम ऐसा ही भयानक होता है। लिहाजा अपने वालिदैन की रजामंदी के साथ जिंदगी के बड़े से बड़े फैसले जरूर करें, ना कि उनके खिलाफ जाके, ताकि नताइज इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।